ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਵੱਡੀਆਂ ਖਬਰਾਂ ਤੇ ਚਰਚਾ ਕਰਾਂਗੇ। ਗੱਲ ਕਿਸਾਨੀ ਮਸਲਿਆਂ ਦੇ ਨਾਲ ਜੁੜੀ ਹੈ, ਉਸ ਤੋਂ ਸ਼ੁਰੂ ਕਰਾਂਗੇ ਕਿ ਕਿਸਾਨਾਂ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਏਦਾਂ ਕਹਿ ਲਓ ਕਿ ਅੰਦਰ ਖਾਤੇ ਕੋਈ ਨਾ ਕੋਈ ਇਹੋ ਜਿਹੀ ਕੋਸ਼ਿਸ਼ ਕਦੇ ਨਾ ਕਦੇ ਖਬਰਾਂ ਆਉਂਦੀਆਂ ਨੇ ਕਿ ਕਿਸਾਨਾਂ ਨੂੰ ਪਾੜਨ ਦੀ ਕੋਸ਼ਿਸ਼ ਹੋ ਰਹੀ ਹੈ, ਦੋ ਫਾੜ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਅਖਬਾਰਾਂ ਦੇ ਵਿੱਚ ਸੁਰਖੀਆਂ ਵੀ ਲੱਗੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਧੜਾ ਜਿਹੜਾ ਉਹ ਬਾਹਰ ਆ ਕੇ ਹੁਣ ਜਾਂ ਇਦਾਂ ਕਹਿ ਲਓ ਕਿ ਖੁੱਲੇ ਤੌਰ ਦੇ ਉੱਤੇ ਹੁਣ ਵਿਚਰ ਰਿਹਾ ਕਿ ਕਿਸਾਨੀ ਜਿਹੜੇ ਬਿੱਲ ਨੇ, ਜਿਹੜੇ ਖੇਤੀ ਕਾਨੂੰਨ ਨੇ ਉਹ ਸਹੀ ਨੇ। ਹਰਿਆਣਾ ਸਰਕਾਰ ਦੇ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ। ਇਹ ਇੱਕ ਵੱਡਾ ਮੁੱਦਾ ਬਣਦਾ ਜਾ ਰਿਹਾ ਕਿਉਂਕਿ ਕਾਰਨ ਇਹ ਹੈ ਕਿ ਅੰਦੋਲਨ ਸਿਖਰਾਂ ਦੇ ਉੱਤੇ ਹੈ, ਸਰਕਾਰ ਜਿਹੜੀ ਹੈ ਉਹ ਬੈਕਫੁੱਟ ਦੇ ਉੱਤੇ ਹੈ ਤੇ ਇਸ ਦੇ ਵਿਚਾਲੇ ਇਸ ਤਰ੍ਹਾਂ ਇੱਕ ਜਥੇਬੰਦੀ ਦਾ ਸਾਹਮਣੇ ਆਉਣਾ। BKU ਮਾਨ ਦੀ ਗੱਲ ਕਰ ਰਹੇ ਹਾਂ। ਅੱਗੇ ਹੋਰ ਦੱਸਾਂਗੇ ਕਿ ਆਖਰਕਾਰ ਇਹ ਜਥੇਬੰਦੀ ਦਾ ਪਿਛੋਕੜ ਕੀ ਹੈ ਤੇ ਕਿਹੜੇ ਜਿਹੜੇ ਉਹ ਸਵਾਲ ਉਠਾ ਰਹੇ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ। ਟਕੈਤ ਸਾਹਿਬ ਵੀ ਬਹੁਤ ਕੁਝ ਕਹਿ ਰਹੇ ਨੇ ਜਦੋਂ 26 ਜੂਨ ਨੂੰ ਹੁਣ ਲੋਕਤੰਤਰ ਬਚਾਓ ਤੇ ਖੇਤੀ ਬਚਾਓ ਦੀ ਮੁਹਿੰਮ ਦਾ ਜਿਹੜਾ ਇੱਕ ਨਾਰਾ ਦਿੱਤਾ ਗਿਆ ਆ ਉਹਨੂੰ ਲੈ ਕੇ। ਇਸ ਤੋਂ ਇਲਾਵਾ ਯੋਗਿੰਦਰ ਯਾਦਵ ਹੋਣਾ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ। ਪੰਜਾਬ ਦੇ ਵਿੱਚ ਕਿਸਾਨਾਂ ਦੀ ਸਥਿਤੀ ਕੀ ਹੈ, ਜਿੱਥੇ ਇੱਕ ਪਾਸੇ ਕੇਂਦਰ ਨਾਲ ਮੱਥਾ ਲੱਗਿਆ, ਇਧਰਲੇ ਪਾਸੇ ਝੋਨਾ ਜਿਹੜੇ ਕਿਸਾਨ ਬੀਜ ਰਹੇ ਨੇ ਉਹਨਾਂ ਨੂੰ ਦਿੱਕਤਾਂ ਆ ਰਹੀਆਂ। ਮਤਲਬ ਕਿ ਆਪਾਂ ਸਾਫ਼ ਤੌਰ ਤੇ ਇਹ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਕੈਪਟਨ ਸਰਕਾਰ ਨੂੰ ਜਿਹੜਾ ਕਿਸਾਨਾਂ ਨੇ ਵਾਰ-ਵਾਰ ਕਿਹਾ ਕਿ ਤੁਸੀਂ ਸਾਡੀਆਂ ਮੰਗਾਂ ਦੇ ਵੱਲ ਗੌਰ ਕਰੋ। ਠੀਕ ਹੈ, ਤੁਸੀਂ ਸਾਡਾ ਸਾਥ ਦਿੱਤਾ ਆ ਦਿੱਲੀ ਤੱਕ ਪਹੁੰਚਣ ਦਾ, ਪਰ ਫਿਰ ਵੀ ਜਿਹੜੀਆਂ ਕਿਸਾਨੀ ਸਮੱਸਿਆਵਾਂ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਨਾਲ ਨੇ ਉਹਨਾਂ ਨਾਲ ਵੀ ਜਿਹੜਾ ਨੇੜਿਓਂ ਤੱਕ ਕੇ ਉਹਨਾਂ ਦਾ ਹੱਲ ਕੱਢਿਆ ਜਾਵੇ। ਇਸ ਉੱਤੇ ਅਸੀਂ ਗੱਲਬਾਤ ਕਰਾਂਗੇ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾਈ ਪ੍ਰਧਾਨ ਜਿਹੜੇ ਜੋਗਿੰਦਰ ਸਿੰਘ ਉਗਰਾਹਾਂ ਨੇ, ਉਹਨਾਂ ਦਾ ਵੀ ਇੱਕ ਬਿਆਨ ਬੜਾ ਅਹਿਮੀਅਤ ਰੱਖਦਾ ਜਦੋਂ ਉਹ ਵਿਚਾਰਾਂ ਤੇ ਹਥਿਆਰਾਂ ਦੀ ਗੱਲ ਕਰਦੇ ਨੇ। ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਜਿਹੜਾ ਪੰਜਾਬ ਕਾਂਗਰਸ ਦੇ ਵਿੱਚ ਫਤਿਹਜੰਗ ਬਾਜਵਾ ਦੇ ਬਿਆਨ ਤੋਂ ਬਾਅਦ ਸੁਨੀਲ ਜਾਖੜ ਹੋਣਾ ਨੇ ਇੱਕ ਵੱਡਾ ਬਿਆਨ ਦਿੱਤਾ ਆ। ਇੱਕ ਦੂਜੇ ਨੂੰ ਘੇਰਨ ਦੇ ਵਿੱਚ ਕਾਂਗਰਸੀ ਜਿਹੜੇ ਆਪਸ ਦੇ ਵਿੱਚ ਲੱਗੇ ਹੋਏ ਨੇ ਕਿ ਜਿਹੜੀਆਂ ਚੇਅਰਮੈਨੀਆਂ ਹੋ ਗਈਆਂ ਜਾਂ ਬਲਾਕ ਸੰਮਤੀਆਂ ਦੇ ਚੇਅਰਮੈਨ ਜਾਂ ਬਲਾਕ ਪਰਿਸ਼ਦ ਦੇ ਮੈਂਬਰ ਵਗੈਰਾ ਬਣਨਾ, ਇਹ ਸਾਰਾ ਕੁਝ ਹੋਣਾ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਦੇ ਹੱਥਾਂ ਦੇ ਵਿੱਚ ਇੱਕ ਦੂਜੇ ਨੂੰ ਹੀ ਲੱਡੂ ਵੰਡੇ ਜਾ ਰਹੇ ਨੇ। ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨਾਲੋਂ ਨਾਲ ਹੋਣਗੀਆਂ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ ਲੋਕਰਾਣ ਚੈਨਲ ਪੰਜਾਬੀ ਤੇ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਸੁਖਿੰਦਰ ਜੀ ਤੁਹਾਡਾ। ਸਤਿ ਸ਼੍ਰੀ ਅਕਾਲ ਪਰਮਿੰਦਰ ਜੀ। ਜਿਵੇਂ ਕਿ ਮੈਂ ਕਿਹਾ ਸ਼ੁਰੂ ਦੇ ਵਿੱਚ, ਸਵਾਲ ਉੱਥੋਂ ਸ਼ੁਰੂ ਕਰਦੇ ਹਾਂ ਕਿ ਤੋਮਰ ਸਾਹਿਬ ਪਹਿਲਾਂ ਵੀ ਬੜੀਆਂ ਜਥੇਬੰਦੀਆਂ ਲੈ ਕੇ ਆਉਂਦੇ ਰਹੇ ਕਿ ਆਹ ਜਥੇਬੰਦੀਆਂ ਕਹਿੰਦੀਆਂ, ਕਿਸਾਨ ਜਥੇਬੰਦੀਆਂ, ਕਿ ਖੇਤੀ ਕਾਨੂੰਨ ਸਹੀ ਨੇ। ਇਹ ਤਾਂ ਕਹਿੰਦੇ ਕੁਝ ਕੁ ਮੁੱਠੀ ਭਰ ਕਿਸਾਨ ਨੇ। ਹੁਣ BKU ਮਾਨ, ਇਹਦੇ ਬਾਰੇ ਥੋੜਾ ਜਿਹਾ ਤਫਤੀਸ਼ ਦੇ ਵਿੱਚ ਦੱਸਿਓ ਕਿ ਆਖਿਰਕਾਰ BKU ਮਾਨ ਜਿਹੜੀ ਹੈ ਉਹ ਹੁਣ ਆਪਣਾ ਵੱਖਰਾ ਸਟੈਂਡ ਲੈ ਕੇ ਕਿਉਂ ਤੁਰ ਰਹੀ ਹੈ ਕਿ ਖੇਤੀ ਕਾਨੂੰਨ ਸਹੀ ਨੇ। ਦੇਖੋ ਸੁਖਿੰਦਰ ਜੀ, ਜਿਹੜਾ ਮਾਨ ਗਰੁੱਪ ਦਾ ਫੈਸਲਾ ਸੀਗਾ ਉਹ ਪਹਿਲਾਂ ਤੋਂ ਕਹਿੰਦੇ ਅਸੀਂ ਤਾਂ 1993 ਤੋਂ, ਜੇ ਉਹਨਾਂ ਦੀ ਗੱਲ ਸੁਣੀ ਜਾਵੇ ਤਾਂ ਉਹਦੇ ਵਿੱਚ ਇਹ ਗੱਲ ਆਉਂਦੀ ਹੈ ਬਾਹਰ ਨਿਕਲ ਕੇ। ਜਿਹੜਾ ਹੁਣ ਪ੍ਰਧਾਨ ਹੈ ਉਹਨਾਂ ਦਾ ਗੁਣੀ ਪ੍ਰਕਾਸ਼, ਉਹਦੇ ਮੁਤਾਬਕ ਕਿ ਅਸੀਂ ਤਾਂ 1993 ਦੀ ਗੱਲ ਕਰਦੇ ਆ, ਇਦਾਂ ਦੇ ਕਾਨੂੰਨ ਆਉਣ, ਇਦਾਂ ਦੀਆਂ ਸਰਕਾਰਾਂ ਜਿਹੜੀਆਂ ਇੱਧਰਲੇ ਪਾਸੇ ਗੌਰ ਕਰਨ। ਉਹਦਾ ਬਕਾਇਦਾ ਤੌਰ ਤੇ ਕਹਿੰਦੇ ਅਸੀਂ ਜਿਵੇਂ ਕਹਿੰਦੇ ਨਾ ਹਿੱਕ ਠੋਕ ਕੇ ਕਹਿਣਾ, ਉਦਾਂ ਕਹਿਣੇ ਆ ਅਸੀਂ ਤਾਂ। ਕਹਿੰਦੇ ਵੀ ਕਾਨੂੰਨ ਜਿਹੜੇ ਹੈ ਉਹ ਬਿਲਕੁਲ ਕਿਸਾਨਾਂ ਦੇ ਪੱਖ 'ਚ ਹੈ। ਤੇ ਹੁਣ ਉਹ ਕਹਿੰਦੇ ਕਿ ਅਸੀਂ ਖੱਟਰ ਸਰਕਾਰ ਨਾਲ ਮਿਲ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ। ਮਹਾਪੰਚਾਇਤ ਦੀ ਗੱਲ ਕਰਦੇ ਆ ਹਰਿਆਣਾ ਦੇ ਵਿੱਚ, ਕੁਰੂਕਸ਼ੇਤਰ 'ਚ ਅਸੀਂ ਇਕੱਠ ਕਰਾਂਗੇ, ਲੋਕਾਂ ਨੂੰ ਦੱਸਾਂਗੇ ਕਿੱਦਾਂ, ਕਿਸਾਨਾਂ ਨੂੰ ਦੱਸਾਂਗੇ ਕਿੱਦਾਂ ਉਹਨਾਂ ਦੇ ਪੱਖ 'ਚ ਆ। ਇਹ ਉਹੀ ਗਰੁੱਪ ਹੈ ਸੁਖਵਿੰਦਰ ਜੀ ਜਿਹੜਾ ਭੁਪਿੰਦਰ ਸਿੰਘ ਮਾਨ, ਜਿਹਨੂੰ ਸੁਪਰੀਮ ਕੋਰਟ ਵੱਲੋਂ ਮੁੜ ਚਰਚਾ ਦੇ ਲਈ ਜਾਂ ਮੁੜ ਕਹਿ ਲਓ ਮੁਲਾਂਕਣ ਕਰਨ ਦੇ ਲਈ, ਕਾਨੂੰਨਾਂ ਦੇ ਉੱਤੇ ਮੁੜ ਪੜਚੋਲ ਕਰਨ ਦੇ ਲਈ ਇੱਕ ਕਮੇਟੀ ਬਣਾਈ ਗਈ ਸੀ, ਬਣਾਉਣ ਦਾ ਆਦੇਸ਼ ਹੋਇਆ ਸੀਗਾ ਜਿਹੜਾ। ਉਹਦੇ ਵਿੱਚ ਇੱਕ ਮੈਂਬਰ ਭੁਪਿੰਦਰ ਸਿੰਘ ਮਾਨ ਵੀ ਸੀਗੇ, ਪਰ ਇਹ ਹੁਣ ਸਾਬਕਾ ਪ੍ਰਧਾਨ ਜਿਹੜੇ ਹੈਗੇ ਆ ਉਹ ਹੋਏ ਆ ਇਹਦੇ ਭਾਰਤੀ ਕਿਸਾਨ ਯੂਨੀਅਨ ਮਾਨ ਦੇ ਗਰੁੱਪ ਦੇ। ਤੇ ਇਹਨਾਂ ਦਾ ਹੁਣ ਜਿਹੜਾ ਨਵਾਂ ਸੂਬਾ ਪ੍ਰਧਾਨ ਗੁਣੀ ਪ੍ਰਕਾਸ਼ ਆ, ਉਹਦੇ ਵੱਲੋਂ ਇਹ ਬਿਆਨ ਆਇਆ ਕਿ ਏਦਾਂ ਅਸੀਂ ਜਿਹੜੀ ਹੈਗੀ ਹੈ ਲਹਿਰ ਚਲਾਵਾਂਗੇ, ਅਸੀਂ ਦੱਸਾਂਗੇ ਕਿ ਕਾਨੂੰਨ ਕਿੱਦਾਂ ਕਿਸਾਨਾਂ ਦੇ ਪੱਖ 'ਚ ਆ। ਤੇ ਜਦੋਂ ਖੱਟਰ ਸਰਕਾਰ ਦੀ ਗੱਲ ਆਉਂਦੀ ਹੈ ਜਾਂ ਖੱਟਰ ਨੂੰ ਮਿਲਣ ਦੀ ਗੱਲ ਆਉਂਦੀ ਹੈ, ਤੇ ਜਾਂ ਜਿਵੇਂ ਉਹ ਕਹਿ ਰਹੇ ਨੇ ਕਿ ਸਮਾਜਿਕ ਬਾਈਕਾਟ ਕੀਤਾ ਜਾ ਰਿਹਾ ਜਾਂ ਲੋਕਾਂ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ ਜਾਂ ਸਰਕਾਰਾਂ ਦਾ ਵਿਰੋਧ ਕੀਤਾ ਜਾ ਰਿਹਾ, ਤਾਂ ਇਹਨਾਂ ਗੱਲਾਂ ਤੋਂ ਤਾਂ ਸਪਸ਼ਟ ਹੁੰਦਾ ਨਾ ਕਿ ਜਿਹੜੀ ਮਿਲੀ ਭੁਗਤ ਕਿੱਥੇ ਜਾ ਕੇ ਮਿਲਦੀ ਹੈ, ਕਿੱਥੇ ਕੜੀ ਮਿਲ ਰਹੀ ਹੈ। ਸੋ ਇਹ ਕਹਿ ਸਕਦੇ ਆਪਾਂ ਕਿ ਇੱਕ ਜਿੱਦਾਂ ਕਿਸੇ ਸਰਕਾਰ ਦੇ ਨਾਲ ਜਾਂ ਜਿਹੜੀ ਖਾਸ ਕਰ ਜਿਸ ਸਰਕਾਰ ਨਾਲ ਜਾਂ ਜਿਸ ਰਾਜਨੀਤਿਕ ਪਾਰਟੀ ਨਾਲ ਸਹਿਮਤੀ ਬਣੀ ਹੁੰਦੀ ਹੈ ਕਿਸੇ ਨੀਤੀ ਤੇ, ਕਿਸੇ ਗੱਲ ਤੇ, ਜਾਂ ਕਿਸੇ ਕੋਈ ਵੀ ਇੱਦਾਂ ਦੀ ਕੋਈ ਰਣਨੀਤੀ ਹੋ ਜਾਂਦੀ ਹੈ ਜਿਹਦੇ ਨਾਲ
ਲੋਕਾਂ ਦੀ ਅਸਹਿਮਤੀ ਹੁੰਦੀ ਆ, ਉਹ ਸਹਿਮਤ ਨਹੀਂ ਹੁੰਦੇ ਤੇ ਉਹਨਾਂ ਨਾਲ ਜਾ ਕੇ ਹੱਥ ਮਿਲਾ ਕੇ ਏਦਾਂ ਦੀ ਗੱਲ ਕਰਨੀ, ਉਹ ਮੇਰੇ ਖਿਆਲ ਨਾਲ ਕੋਈ ਇਸ ਤਰ੍ਹਾਂ ਦਾ ਝਲਕਾਰਾ ਪੈਂਦਾ ਇਸ ਬਿਆਨ ਦੇ ਵਿੱਚੋਂ ਵੀ ਕਿ ਕਿਤੇ ਨਾ ਕਿਤੇ ਜਾ ਕੇ ਇਹ ਭਾਜਪਾ ਦੇ ਨਾਲ ਜਿਹੜੇ ਹੈ ਇਹਨਾਂ ਦੇ ਤਾਰ ਜੁੜਦੇ ਆ, ਜਾਂ ਹੋ ਸਕਦਾ ਹੈ ਕਿ ਇੱਕ ਗਰੁੱਪ ਜਿਹੜਾ ਭਾਜਪਾ ਵੱਲੋਂ ਵੀ ਖੜਾ ਕੀਤਾ ਜਾਂਦਾ, ਜਿੱਦਾਂ ਹੋ ਸਕਦਾ ਇਸ ਤਰ੍ਹਾਂ ਉਹਨਾਂ ਲੋਕਾਂ ਨੂੰ ਭਰਮਾ ਲਿਆ ਗਿਆ ਹੋਵੇ, ਉਹਨਾਂ ਲੋਕਾਂ ਨੂੰ ਕੋਈ ਏਦਾਂ ਦੀ ਗੱਲ ਉਹਨਾਂ ਦੇ ਕੰਨ 'ਚ ਪਾ ਦਿੱਤੀ ਹੋਵੇ, ਜਿਨ੍ਹਾਂ ਦਾ ਕਈ ਵਾਰ ਨਿੱਜਤਾ ਦਾ ਵੀ ਫੈਸਲਾ ਹੁੰਦਾ ਹੈ ਕਿ ਅਸੀਂ ਕੋਈ ਨਿੱਜੀ ਲਾਭ ਲੈਣਾ ਹੈ ਜਾਂ ਕੋਈ ਕੰਮ ਏਦਾਂ ਦਾ ਕਰਾਉਣਾ ਹੈ, ਤੇ ਉਹ ਗਰੁੱਪ ਹੈ ਜਿਹੜਾ ਪਿੱਛੇ ਲੱਗ ਤੁਰਦਾ ਹੈ ਕਿ ਸਰਕਾਰ ਦੇ ਨਾਲ ਤੁਰਨ 'ਚ ਫਾਇਦਾ ਹੁੰਦਾ ਹੈ। ਤੇ ਉਹ ਚੀਜ਼ਾਂ ਜਿਹੜੀਆਂ ਹੈ ਇਸ ਗਰੁੱਪ ਦੇ ਬਿਆਨਾਂ ਤੋਂ ਸਾਹਮਣੇ ਆਉਂਦੀਆਂ ਨੇ। ਗੱਲ ਤਾਂ ਇੰਨੀ ਕੁ ਆ, ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਹਾਲਾਂਕਿ ਕਿਸਾਨ ਯੂਨੀਅਨ ਤਾਂ ਸ਼ੁਰੂ ਤੋਂ ਹੀ ਕਹਿ ਰਹੀਆਂ ਨੇ ਕਿ ਜੇ ਕੋਈ ਇਹ ਸਾਬਤ ਕਰ ਦੇਵੇ, ਸਟੇਜ ਤੇ ਆ ਕੇ ਬੋਲੇ, ਕਿਸਾਨਾਂ ਨੂੰ ਇੱਥੇ ਆ ਕੇ ਦੱਸ ਦੇਵੇ, ਜਾਂ ਜਿੱਦਾਂ ਹੁਣ ਉਹਨਾਂ ਗੱਲਾਂ ਦਾ ਜਵਾਬ ਦੇਣਾ ਵੀ ਤਾਂ ਬਣਦਾ ਹੈ ਇਹਨਾਂ ਪ੍ਰਧਾਨਾਂ ਵੱਲੋਂ, ਜਿਹੜੇ ਇਹ ਯੂਨੀਅਨ ਸੰਯੁਕਤ ਮੋਰਚੇ ਤੋਂ ਪਰੇ ਹੋ ਕੇ ਚੱਲਦੇ ਨੇ ਔਰ ਸਰਕਾਰ ਦੇ ਪੱਖ ਦੀ ਗੱਲ ਕਰਦੇ ਨੇ ਕਿ ਭਾਈ ਜਿਹੜੇ ਨੁਕਤੇ ਵਿਚਾਰੇ ਗਏ ਨੇ, ਸਰਕਾਰ ਦੇ ਨਾਲ ਮਿਲ ਬੈਠ ਕੇ 11 ਦੌਰ ਦੀ ਮੀਟਿੰਗ ਹੋਈ ਆ, ਨੁਕਤਾ ਦਰ ਨੁਕਤਾ ਮੀਟਿੰਗ ਹੋਈ ਆ, ਤੇ ਜੇ ਉਹਦੇ ਵਿੱਚ ਤੁਸੀਂ ਸਪਸ਼ਟ ਨਹੀਂ ਕਰ ਸਕੇ ਆਪਣੀ ਪਾਲਿਸੀ ਕਿ ਕਿੱਦਾਂ ਕਿਸਾਨਾਂ ਨੂੰ ਲਾਭ ਪਹੁੰਚਣਾ ਹੈ, ਤੇ ਤੁਸੀਂ ਕਿਵੇਂ ਕਰ ਦੋਗੇ? ਹੁਣ ਆ ਕੇ ਜਿਹੜੇ ਕਾਨੂੰਨ ਬਣਾਉਣ ਵਾਲੇ ਨੇ ਉਹ ਬੈਠੇ ਸੀ ਨਾਲ, ਜਿਨ੍ਹਾਂ ਨੇ ਕਾਨੂੰਨ ਲਾਗੂ ਕੀਤਾ ਉਹ ਬੈਠੇ ਸੀ ਨਾਲ, ਤੇ ਉਹ ਨਹੀਂ ਕਿਸਾਨਾਂ ਨੂੰ ਸੈਟੀਸਫਾਈ ਕਰ ਸਕੇ, ਜਾਂ ਕਿਸਾਨਾਂ ਦੀ ਗੱਲ ਸੁਣ ਕੇ ਉਸਦਾ ਸਹੀ ਜਵਾਬ ਨਹੀਂ ਦੇ ਸਕੇ, ਤੇ ਤੁਸੀਂ ਕਿਵੇਂ ਦੇ ਦੋਗੇ ਜਵਾਬ? ਤੁਹਾਡੇ ਕੋਲ ਇਸ ਤਰ੍ਹਾਂ ਦੀ ਕੀ ਰਣਨੀਤੀ ਹੈ ਜਿਹਦੇ ਨਾਲ ਕਿਸਾਨ ਜਿਹੜੇ ਹੈਗੇ ਅੱਜ ਤੱਕ ਸਮਝ ਨਹੀਂ ਸਕੇ, ਤੇ ਇੱਕ ਗਰੁੱਪ ਸਮਝ ਗਿਆ, ਉਹ ਬਾਕੀ ਕਿਸਾਨਾਂ ਦੀ ਗੱਲ ਸਮਝ ਨਹੀਂ ਆ ਰਹੀ, ਬਾਕੀ ਕਿਸਾਨ ਉੱਥੇ ਬੈਠੇ ਨੇ ਵਿਚਾਰੇ, ਉਹ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਬੈਠੇ ਨੇ, ਉੱਥੇ ਜਿਹੜਾ ਹੁਣ ਟੱਪ ਰਿਹਾ ਮਹੀਨਾ, ਇਹਦਾ ਸੇਕ ਝੱਲ ਰਹੇ ਨੇ। ਸੋ ਐਸੀ ਕਿਹੜੀ ਗੱਲ ਹੈ ਜਿਹੜੀ ਗੱਲ ਉਹਨਾਂ ਲੋਕਾਂ ਦੇ ਸਮਝ ਨਹੀਂ ਆਈ? ਸਭ ਤੋਂ ਪਹਿਲਾਂ ਤਾਂ ਜੇ ਸੱਚੀ ਮੁੱਚੀ ਕਿਸਾਨਾਂ ਦੀ ਹਤੈਸ਼ੀ ਪਾਰਟੀ ਆ, ਕਿਸਾਨਾਂ ਦੇ ਹਤੈਸ਼ੀ ਉਹਨਾਂ ਦੇ ਪੱਖ ਦੇ, ਉਹਨਾਂ ਦੀ ਗੱਲ ਕਰਨ ਵਾਲੀ, ਤੇ ਉਹ ਯੂਨੀਅਨਾਂ ਦੇ ਨਾਲ ਮੀਟਿੰਗ ਕਰਦੀ ਨਾ, ਬਾਕੀ ਯੂਨੀਅਨਾਂ ਨੂੰ ਭਰੋਸੇ 'ਚ ਲੈਣਾ ਚਾਹੀਦਾ ਸੀਗਾ ਕਿ ਭਾਈ ਇਹ ਗੱਲ ਤੁਹਾਡੀ ਸਮਝ ਨਹੀਂ ਆ ਰਹੀ, ਜੀ ਆਪਾਂ ਇਹਨੂੰ ਏਦਾਂ ਤੋਰੀਏ, ਜੇ ਉਹਦੇ ਵਿੱਚ ਕੋਈ ਘਾਟ-ਵਾਧ ਲੱਗਦੀ ਹੈ ਫਿਰ ਸਰਕਾਰ ਨਾਲ ਗੱਲ ਕਰਨ, ਵਿਚੋਲਗਰੀ ਕਰ ਲੈਂਦੇ, ਉਹ ਵੱਖਰੀ ਗੱਲ ਹੈ। ਪਰ ਸਿੱਧਾ ਆ ਕੇ ਖੜ ਕੇ ਇੱਕ ਪਾਰਟੀ ਇੱਕ ਗਰੁੱਪ ਨੂੰ ਨਾਲ ਲੈ ਕੇ ਤੁਸੀਂ ਆ ਕੇ ਕਹਿ ਦੇਣਾ ਕਿ ਕਾਨੂੰਨ ਤਾਂ ਕਿਸਾਨਾਂ ਦੇ ਹੱਕ 'ਚ ਹੀ ਨੇ, ਕਾਨੂੰਨਾਂ ਦਾ ਤਾਂ ਫਾਇਦਾ ਹੀ ਬਹੁਤ ਹੈ ਕਿਸਾਨਾਂ ਨੂੰ, ਤੇ ਇਹ ਗੱਲ ਜਿਹੜੀ ਹੈ ਹਜ਼ਮ ਨਹੀਂ ਹੁੰਦੀ, ਇਹ ਲੋਕਾਂ 'ਚ ਵੀ ਨਹੀਂ ਹਜ਼ਮ ਹੋਣੀ। ਤੋ ਇਸ ਗੱਲ ਦਾ, ਇਸ ਬਿਆਨ ਦਾ ਵੀ ਮਾੜਾ ਪ੍ਰਭਾਵ ਜਾਣਾ ਲੋਕਾਂ ਦੇ ਵਿੱਚ ਵੀ ਕਿ ਇਹ ਲੋਕ ਨੇ ਜਿਹੜੇ ਕਿੱਦਾਂ ਕਹਿ ਸਕਦੇ ਨੇ, ਜੇ ਸੱਚੇ ਕਿਸਾਨ ਨੇ ਨਾ, ਤਾਂ ਕਿਸਾਨ ਯੂਨੀਅਨਾਂ ਨਾਲ ਗੱਲ ਕਰਨ 'ਚ ਇਹਨਾਂ ਨੂੰ ਹਰਜ ਕੀ ਹੈ? ਉਹ ਕਿਹੜਾ ਇਹਨਾਂ ਦੀ ਗੱਲ ਮੋੜਨਗੇ? ਬਿਲਕੁਲ। ਸਵਾਲ ਤਾਂ ਪਰਮਿੰਦਰ ਜੀ ਇਹ ਵੀ ਬਣਦਾ ਨਾ ਕਿ ਜੇ ਬੀਕੇਯੂ ਮਾਨ ਨੂੰ ਇੰਨਾ ਹੀ ਖੇਤੀ ਬਿੱਲਾਂ ਤੇ ਭਰੋਸਾ ਹੈ, ਸਰਕਾਰ ਤੇ ਭਰੋਸਾ ਹੈ, ਤਾਂ ਉਹ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਨੇ ਉਹਨਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਸਮਝਾ ਦੇਣ, ਜੇ ਜਥੇਬੰਦੀਆਂ ਨਾਲ ਗੱਲ ਨਹੀਂ ਕਰਨੀ ਤਾਂ ਕਿਸਾਨਾਂ ਨੂੰ ਸਮਝਾ ਦੇਣ, ਉੱਥੇ ਬੋਰਡ ਲਾ ਕੇ ਦੱਸਣ ਕਿ ਦੱਸੋ ਜੀ ਕਿਸਾਨ ਜਿਹੜੇ ਖੇਤੀ ਕਾਨੂੰਨ ਨੇ ਉਹਦਾ ਵਿਰੋਧ ਕਿਉਂ ਕਰ ਰਹੇ ਨੇ, ਕਾਰਨ ਕੀ ਹੈ, ਕਿਹੜੀ ਉਹਨਾਂ ਨੂੰ ਸਿਆਸੀ ਮਨਸ਼ਾ ਲੱਗਦੀ ਹੈ, ਜਾਂ ਕਿਹੜਾ ਉਹਨਾਂ ਨੂੰ ਲੱਗਦਾ ਹੈ ਕਿ ਜਥੇਬੰਦੀਆਂ ਜਿਹੜੀਆਂ ਉਹ ਗੁੰਮਰਾਹ ਕਰ ਰਹੀਆਂ ਨੇ, ਇਸ ਉੱਤੇ ਨਹੀਂ ਆਉਣਾ। ਉਹ ਕਹਿੰਦੇ ਅਸੀਂ ਤਾਂ ਮਹਾ ਪੰਚਾਇਤ ਕਰਨੀ ਹੈ। ਪਰ ਇਹਦੇ ਵਿਚਾਲੇ ਇੱਕ ਦਾਦੂਵਾਲ ਸਾਹਿਬ ਜਿਹੜੇ ਆਪਣੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਹੁਣੀ ਨੇ, ਉਹਨਾਂ ਦੇ ਉੱਤੇ ਵੀ ਸਵਾਲ ਉੱਠ ਰਹੇ ਨੇ। ਉਹ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ, ਕਹਿੰਦੇ ਖੱਟਰ ਸਾਹਿਬ ਦੇ ਨਾਲ ਮੁਲਾਕਾਤ ਕਿਉਂ ਕੀਤੀ, ਕਿਸਾਨਾਂ ਦੇ ਲਈ ਹੁਣ ਤੱਕ ਕੀਤਾ ਕੀ ਹੈ? ਇਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਇਸ ਮਸਲੇ ਦੇ ਵਿੱਚ ਵਿਚੋਲੀਆ ਬਣਨਾ। ਆਹੀ ਗੱਲ ਆਪਾਂ ਕਰਨ ਜਾ ਰਹੇ ਸੀਗੇ। ਉਹਦੇ ਵਿੱਚ ਨਾ ਗਰੁੱਪ ਖੜੇ, ਬਰਾਬਰ ਦੇ ਗਰੁੱਪ, ਪੈਰਲਰ ਗਰੁੱਪ ਖੜੇ ਕਰਨੇ ਸ਼ੁਰੂ ਕਰ ਦਿੱਤੇ ਹੈ ਸਰਕਾਰ ਨੇ। ਇੱਕ ਨਵੀਂ ਚਾਲ ਹੈ, ਇਹਨੂੰ ਤੁਸੀਂ ਸਮਝਣ ਦੀ ਲੋੜ ਹੈ ਕਿਸਾਨਾਂ ਨੂੰ, ਲੋਕਾਂ ਨੂੰ, ਆਮ ਲੋਕਾਂ ਨੂੰ, ਜਿਹੜੇ ਕਿਸਾਨੀ ਸੰਘਰਸ਼ ਦੇ ਨਾਲ ਮੋਢੇ ਨਾਲ ਮੋਢਾ ਚੱਲ ਰਹੇ ਨੇ, ਜਿਹੜੇ ਉਹਦਾ ਸਾਥ ਦੇ ਰਹੇ ਨੇ ਹਰ ਪੱਖੋਂ, ਸਮਾਜਿਕ ਤੌਰ ਤੇ, ਆਰਥਿਕ ਤੌਰ ਤੇ, ਰਾਜਨੀਤਿਕ ਤੌਰ ਤੇ, ਠੀਕ ਹੈ। ਉਹਨਾਂ ਲੋਕਾਂ ਨੂੰ ਇਹ ਗੱਲ ਬਹੁਤ ਜ਼ਰੂਰੀ ਹੈ ਸਮਝਣੀ ਕਿ ਏਦਾਂ ਦੇ ਪੈਰਲਰ ਗਰੁੱਪ ਨੇ ਜਿਹੜੇ ਭੀੜਾਂ ਇਕੱਠੀਆਂ ਕਰੀਆਂ ਜਾਣਗੀਆਂ। ਹੁਣ ਉਹਨਾਂ ਭੀੜਾਂ ਦੇ ਵਿੱਚ ਕਿੰਨੇ ਕਿਸਾਨ ਨੇ, ਕਿੰਨੇ ਸਟੇਟ ਦੇ ਨੇ, ਕਿਹੜੀ ਸਟੇਟ ਦੇ ਨੇ, ਤੇ ਕੀ ਸੱਚੀ ਮੁੱਚੀ ਕਿਸਾਨ ਹੈਗੇ ਨੇ, ਜਾਂ ਉਦਾਂ ਹੀ ਗਰੁੱਪ ਜਿੱਦਾਂ ਰੈਲੀਆਂ ਦੇ ਵਿੱਚ ਇਕੱਠ ਕਰ ਲਿਆ ਜਾਂਦਾ, ਉਦਾਂ ਦੇ ਗਰੁੱਪ ਖੜੇ ਕਰੇ ਜਾਣਗੇ। ਉਹਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਵੱਡੇ ਲੈਵਲ ਤੇ ਫੈਲਾਈ ਜਾਊਗੀ, ਮੀਡੀਆ ਨੂੰ ਨਾਲ ਲਿਆ ਜਾਊਗਾ, ਵੱਡੇ ਮਹਾ ਪੰਚਾਇਤਾਂ ਏਦਾਂ ਸਰਕਾਰ ਦੀ ਦੇਖ ਰੇਖ ਹੇਠ, ਪੁਲਿਸ ਪ੍ਰਸ਼ਾਸਨ ਦੀ ਛਤਰਛਾਇਆ ਹੇਠ, ਸਿਕਿਉਰਿਟੀ ਹੇਠ ਜਿਹੜੀ ਹੈਗੀ ਆ ਉਹ ਕੀਤੀਆਂ ਜਾਣਗੀਆਂ ਹੁਣ। ਤੇ ਵਿਚੋਲੇ ਖੜੇ ਹੋਣਗੇ ਜਿਹੜੇ ਗੱਲ ਕਰਨਗੇ ਕਿ ਹਾਂ ਕਿਸਾਨਾਂ ਦੀ ਗੱਲ ਜਿਹੜੀ ਹੈਗੀ ਆ ਉਹ ਗਲਤ ਹੈ, ਇੱਥੇ ਸਰਕਾਰ ਠੀਕ ਹੈ, ਕਿਸਾਨਾਂ ਨੂੰ ਫਾਇਦਾ ਹੋ ਰਿਹਾ, ਜਿੱਥੇ ਜਿੱਥੇ ਕਾਨੂੰਨ ਲਾਗੂ ਹੋਏ ਨੇ ਉੱਥੇ ਤੇ ਫਾਇਦਾ ਹੋਇਆ, ਦੱਸਣ ਦੀ ਕੋਸ਼ਿਸ਼ ਕੀਤੀ ਜਾਊਗੀ। ਇਹ ਖਾਕਾ ਵੀ ਤਿਆਰ ਹੋ ਗਿਆ ਹੁੰਦਾ। ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਇਹ ਨਹੀਂ ਹੈ ਕਿਸਾਨ ਅੰਦੋਲਨ ਜੇ ਸ਼ੁਰੂ ਕਰ ਰੱਖਿਆ ਜਾਂ
ਲੰਮਾ ਸਮਾਂ ਚੱਲ ਰਿਹਾ ਤਾਂ ਸਰਕਾਰ ਚੁੱਪ ਬੈਠੀ ਹੈ, ਇਹੋ ਜਿਹਾ ਕੁਛ ਨਹੀਂ। ਬੜੇ ਰਣਨੀਤੀ ਘਾੜੇ ਨੇ, ਜਿਹੜੀਆਂ ਚੋਣਾਂ ਰਣਨੀਤੀ ਘੜਨ ਵਾਲਿਆਂ ਨੂੰ ਨਾਲ ਲੈ ਕੇ ਜਿੱਤ ਲੈਂਦੇ ਨੇ, ਤਾਂ ਆਹ ਅੰਦੋਲਨ ਜਿੱਤਣਾ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਇਹ ਵੀ ਸੌਖਾ ਹੋਊਗਾ। ਚਲੋ ਖੈਰ, ਉਹ ਵੱਖਰੀ ਗੱਲ ਹੈ। ਪਰ ਗੱਲ ਹੁਣ ਇਹ ਆ ਕਿ ਇਹ ਜਿਹੜੇ ਵਿਚੋਲੇ ਨੇ, ਇਹ ਵੀ ਵਿਚੋਲੇ ਦੇ ਤੌਰ ਤੇ, ਜਿਵੇਂ ਤੁਸੀਂ ਗੱਲ ਕੀਤੀ ਆਹ ਮਾਨ ਗਰੁੱਪ ਦੀ, ਇਹ ਵੀ ਸ਼ਾਇਦ ਇਸੇ ਲੜੀ ਦੇ ਤਹਿਤ ਜੁੜੇ ਹੋਣਗੇ ਕਿ ਚਲੋ ਕਿਸੇ ਨਾ ਕਿਸੇ ਤਰੀਕੇ ਆਪਣੀ ਗੱਲ ਲੈ ਕੇ ਤੁਰਿਆ ਤਾਂ ਜਾਵੇ, ਸਰਕਾਰ ਦੇ ਪੱਖੀ ਹੋਣ ਦਾ ਕੁਛ ਤਾਂ ਫਾਇਦਾ ਹੋਊਗਾ ਅੱਗੇ ਜਾ ਕੇ ਚੱਲ ਕੇ। ਤੇ ਬਿਲਕੁਲ ਬਿਲਕੁਲ ਦਾਦੂਵਾਲ ਹੋਰਾਂ ਨੂੰ ਵੀ ਇਲਜ਼ਾਮ ਤਾਂ ਲੱਗ ਹੀ ਗਏ ਹੈ। ਬਲਜੀਤ ਦਾਦੂਵਾਲ ਨੇ, ਉਹ ਕਹਿੰਦੇ ਵੀ ਹਾਂ ਕਿਸਾਨ ਦਾ ਪੁੱਛਦੇ ਨੇ ਹੁਣ, ਜਿਵੇਂ ਉਹ ਏਕਤਾ ਗਰੁੱਪ ਦੇ ਲਖਵਿੰਦਰ ਸਿੰਘ ਲੱਖਾ ਨੇ, ਸ਼ਾਇਦ ਉਹਨਾਂ ਨੇ ਗੱਲ ਕੀਤੀ ਆ ਕਿ ਭਾਈ ਦੱਸੋ ਕੀ ਸਹਿਯੋਗ ਹੈ ਤੁਹਾਡਾ, ਸਾਹਮਣੇ ਆਓ, ਬੈਠ ਕੇ ਗੱਲ ਕਰੋ ਕਿ ਭਾਈ ਕਿਸਾਨ ਸੰਘਰਸ਼ ਦੇ ਵਿੱਚ ਅਸੀਂ ਏਦਾਂ ਕੁੱਦੇ ਆ, ਬਾਅਦ ਚ ਸਾਨੂੰ ਏਦਾਂ ਜਿਹੜਾ ਹੈਗਾ ਫੀਡਬੈਕ ਮਿਲੀ, ਅਸੀਂ ਇਸ ਕਾਨੂੰਨਾਂ ਦੇ ਉੱਤੇ ਕੰਮ ਕੀਤਾ, ਅਸੀਂ ਮਾਹਰਾਂ ਦੀ ਇੱਕ ਟੀਮ ਬਣਾਈ, ਵਿੱਚ ਖੇਤੀ ਮਾਹਰ ਸੀ, ਆਰਥਿਕ ਮਾਹਰ ਸੀ, ਇਕੱਠੇ ਕਰੇ, ਉਹਨਾਂ ਨੂੰ ਪੁੱਛਿਆ ਤਾਂ ਆਹ ਗੱਲ ਨਿਕਲ ਕੇ ਸਾਹਮਣੇ ਆਈ ਹੈ। ਹੁਣ ਉਹ ਗੱਲ ਰੱਖਣ ਦੀ ਬਜਾਏ ਕਿ ਉਹਦੇ ਵਿੱਚ ਹੁਣ ਕਿਸਾਨ ਪੜਚੋਲ ਕਰਨ ਕੀ ਚੰਗਾ ਕੀ ਮਾੜਾ, ਉਹ ਨਹੀਂ ਗੱਲ ਕਰਨ। ਗੱਲ ਬੈਠੇ ਮੀਟਿੰਗ ਹੋਈ, ਸਰਕਾਰ ਨਾਲ ਮੀਟਿੰਗ ਹੋਈ, ਅਸੀਂ ਵਿਚੋਲੇ ਬਣਨ ਨੂੰ ਤਿਆਰ ਹਾਂ। ਉਹ ਗੱਲ ਕਿਉਂ ਹੋਈ? ਕਾਹਦੀ ਵਿਚੋਲਗੀ ਕਰਨੀ ਹੈ? ਕਾਨੂੰਨ ਲਾਗੂ ਕਰਾਉਣ ਦੀ ਵਿਚੋਲਗੀ ਕਰਨੀ ਹੈ? ਬਿਲਕੁਲ ਉਹ ਗੱਲ ਉਹੀ ਆ ਗਈ ਨਾ ਫਿਰ ਨਿਕਲ ਕੇ। ਧਰਮਿੰਦਰ ਜੀ, ਇਹ ਹੈ ਨਾ ਕਿ ਇਹਨਾਂ ਮਸਲਿਆਂ ਨੂੰ ਲੈ ਕੇ ਪਹਿਲਾਂ ਇੱਕ ਬਾਬਾ ਲੱਖਾ ਸਿੰਘ ਨਾਨਕਸਰ ਵਾਲੇ ਉਹ ਵੀ ਵਿੱਚ ਪਏ ਸੀ। ਉਦੋਂ ਵੀ ਕਿਸਾਨਾਂ ਨੇ ਕਿਹਾ ਸੀ ਕਿ ਬਾਬਾ ਜੀ ਥੋੜਾ ਜਿਹਾ ਤੁਸੀਂ ਉਸ ਪਾਸੇ ਵੱਲ ਧਿਆਨ ਦਿਓ, ਜਾਂ ਤਾਂ ਹੋਵੇ ਨਾ ਕਿ ਸਰਕਾਰ ਇਹਨਾਂ ਦੀ ਮੰਨੇ, ਇਹ ਜਾ ਕੇ ਸਰਕਾਰ ਨੂੰ ਕਹਿਣ ਕਿ ਕਿਸਾਨ ਕਹਿ ਰਹੇ ਨੇ ਖੇਤੀ ਕਾਨੂੰਨ ਰੱਦ ਕਰੋ, ਤੁਸੀਂ ਕਰ ਦਿਓ, ਇਸ ਦੇ ਵਿੱਚ ਹਰਜ ਕੀ ਹੈ, ਬਜਾਏ ਇਸ ਦੇ ਕਿ ਵਿੱਚ ਵਿਚੋਲਾ ਪੈ ਕੇ ਦੋਨਾਂ ਧਿਰਾਂ ਨੂੰ ਸਮਝਾਉਣ ਦੀ ਜਾਂ ਫਿਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਹੋਵੇ। ਪਰ ਕਿਸਾਨ ਕਹਿੰਦੇ ਕੋਈ ਸਮਝੌਤਾ ਨਹੀਂ, ਸਮਝੌਤਾ ਸਿਰਫ ਇੱਕੋ ਹੀ ਮੰਗ ਹੈ ਸਾਡੀ ਕਿ ਖੇਤੀ ਕਾਨੂੰਨ ਰੱਦ ਕਰੋ, ਤੇ ਉਸ ਤੋਂ ਬਾਅਦ ਅਗਲੀ ਗੱਲ ਕਰਾਂਗੇ ਕਿ ਸਾਡੀ ਤਜਵੀਜ਼ ਕੀ ਹੈ, ਕਿਸ ਤਰ੍ਹਾਂ ਦੇ ਜਿਹੜੇ ਕਾਨੂੰਨ ਜਾਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਤਜਵੀਜ਼ਾਂ ਲੈ ਕੇ ਆਉਣੀਆਂ ਕਿਸਾਨਾਂ ਨੇ, ਉਹਦੇ ਉੱਤੇ ਗੱਲਬਾਤ ਹੋਵੇ। ਇੱਕ ਪਰਮਿੰਦਰ ਜੀ, ਜੋਗਿੰਦਰ ਸਿੰਘ ਉਗਰਾਹਾਂ ਜਿਹੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਨੇ, ਉਹਨਾਂ ਦਾ ਬਿਆਨ ਵੀ ਚਰਚਾ ਦੇ ਵਿੱਚ, ਉਹ ਅਕਸਰ ਜਿਹੜਾ ਇਹਨਾਂ ਮਸਲੇ ਦੇ ਉੱਤੇ, ਕਿਸਾਨੀ ਮਸਲੇ ਦੇ ਉੱਤੇ ਉਹਨਾਂ ਦਾ ਬਿਆਨ ਜਿਹੜਾ ਉਹ ਵਿਚਾਰਨਯੋਗ ਹੁੰਦਾ। ਜਿਵੇਂ ਉਹਨਾਂ ਨੇ ਕਿਹਾ ਕਿ ਇਹ ਲੜਾਈ ਜਿਹੜੀ ਹੈ ਵਿਚਾਰਾਂ ਤੇ ਹਥਿਆਰਾਂ ਦੀ ਇੱਕ ਲੜਾਈ ਹੁੰਦੀ ਹੈ, ਉਹਦੇ ਵਿੱਚੋਂ ਇਸ ਜਿਹੜੀ ਕਿਸਾਨੀ ਅੰਦੋਲਨ ਨੂੰ ਕਿਸ ਤਰ੍ਹਾਂ ਦੀ ਅਹਿਮੀਅਤ ਦੇ ਰਹੇ ਨੇ ਕਿ ਵਿਚਾਰਾਂ ਦੇ ਨਾਲ, ਕਈ ਲੋਕ ਕਹਿੰਦੇ ਨੇ ਕਿ ਨਹੀਂ, ਹਥਿਆਰਾਂ ਦੇ ਨਾਲ ਹੋ ਜਾਣੀ ਚਾਹੀਦੀ ਹੈ। ਦੇਖੋ, ਜਦੋਂ ਹਥਿਆਰਾਂ ਦੀ ਗੱਲ ਕਰਦਾ ਨਾ ਕੋਈ, ਤਾਂ ਉਹਦੇ ਵਿੱਚ ਵੀ ਸੁਖਵਿੰਦਰ ਜੀ, ਇੱਕ ਹਰ ਇੱਕ ਚੀਜ਼ ਦਾ ਇੱਕ ਐਂਡ ਹੁੰਦਾ। ਉਹਦੇ ਚ ਜਦੋਂ ਤੁਸੀਂ ਵੱਡੀਆਂ ਵੱਡੀਆਂ ਜੰਗਾਂ ਵੀ ਦੇਖੋਗੇ ਨਾ, ਹਥਿਆਰਬੰਦ, ਠੀਕ ਹੈ, ਹਥਿਆਰਬੰਦ ਫੌਜਾਂ ਹੁੰਦੀਆਂ ਨੇ, ਸਾਰਾ ਕੁਝ ਹੁੰਦਾ, ਜੰਗਾਂ ਲੜੀਆਂ ਜਾਂਦੀਆਂ ਨੇ, ਜਿੱਥੇ ਲੋੜ ਹੁੰਦੀ ਹੈ ਸਾਰਾ ਕੁਝ ਚੱਲਦਾ ਹੈ ਨਾ, ਪਰ ਲੇਕਿਨ ਜਦੋਂ ਐਂਡ ਹੁੰਦਾ ਉਹ ਗੱਲਬਾਤ ਰਾਹੀਂ ਹੀ ਸਿਰੇ ਚੜ੍ਹਦਾ। ਕਿਤੇ ਨਾ ਕਿਤੇ ਜਾ ਕੇ ਗੱਲਬਾਤ, ਕੋਈ ਸੰਧੀ ਸਮਝੌਤਾ, ਕੁਛ ਨਾ ਕੁਛ ਹੁੰਦਾ, ਤਾਂ ਉਹ ਗੱਲ ਜਿਹੜੀ ਹੈ ਸਿਰੇ ਲੱਗਦੀ ਹੈ। ਅੱਗੇ ਜਾ ਕੇ ਫਿਰ ਉਹਨੂੰ ਨਾਮ ਵੱਖਰਾ ਦੇ ਦਿੱਤਾ ਜਾਂਦਾ, ਕੋਈ ਸਮਝੌਤਾ, ਕੋਈ ਸਮਝੌਤਾ ਕਹਿ ਕੇ ਗੱਲ, ਜਾਣੀ ਕਿ ਮਿਲ ਬੈਠ ਕੇ ਕਿਸੇ ਟੇਬਲ ਤੇ ਇਕੱਠੇ ਹੋਏ ਜਾਂਦੇ ਆ, ਕੁਛ ਉਧਰ ਦੀ ਮੰਨ ਲਈ, ਕੁਛ ਉਧਰ ਦੀ ਮੰਨ ਲਈ, ਗੱਲ ਕਰਕੇ ਵੀ ਚਲੋ ਠੀਕ ਆ, ਆਹ ਗੱਲ ਸਮਝੌਤਾ ਹੋ ਜਾਊ। ਪਰ ਇੱਥੇ ਜਿਹੜਾ ਇੱਥੇ ਮਸਲਾ ਹੈਗਾ, ਇੱਥੇ ਕੋਈ ਬੈਰੀ ਤਾਂ ਹੈ ਹੀ ਨਹੀਂ ਕਿਸਾਨਾਂ ਦਾ। ਕੋਈ ਜਿਹੜੇ ਵੀ ਲੋਕ ਉੱਥੇ ਬੈਠੇ ਨੇ, ਆਪਾਂ ਕਿਸਾਨ ਤਾਂ ਕਹਿੰਦੇ ਚਲੋ ਕਿਸਾਨੀ ਕਰਕੇ ਜੁੜੇ ਕਾਨੂੰਨ, ਉਹਨਾਂ ਨੂੰ ਤਾਂ ਲੋਕ ਤਾਂ ਉੱਥੇ ਸਾਰੇ ਹੀ ਬੈਠੇ ਨੇ ਨਾ, ਕਿ ਡਾਕਟਰ ਕੀ ਮਜ਼ਦੂਰ ਕੀ, ਜਿਨ੍ਹਾਂ ਕੋਲ ਜ਼ਮੀਨ ਹੈ ਉਹ ਜਾਂ ਨਹੀਂ ਹੈ, ਸਭ ਬੈਠੇ ਨੇ, ਜਾਂ ਖੇਤੀ ਕਰਦੇ ਨੇ ਨਹੀਂ ਕਰਦੇ ਨੇ, ਕਿਸਾਨੀ ਧੰਦੇ ਨਾਲ ਜੁੜੇ ਨੇ ਜਾਂ ਨਹੀਂ ਜੁੜੇ, ਕਿਉਂਕਿ ਇਹ ਧੰਦਾ ਏਦਾਂ ਦਾ ਕਿ ਸਾਰਿਆਂ ਲੋਕਾਂ ਨੂੰ ਇਹਨਾਂ ਨਾਲ ਕਿਤੇ ਨਾ ਕਿਤੇ ਜਾ ਕੇ ਇਹਨਾਂ ਦੀ ਅਟੈਚਮੈਂਟ ਹੋ ਜਾਂਦੀ, ਜੁੜ ਜਾਂਦੇ ਆ। ਤੋ ਉਹ ਜਿਹੜੇ ਲੋਕ ਉੱਥੇ ਬੈਠੇ ਨੇ, ਗੱਲ ਉਹ ਲੋਕ ਕਿਹੜਾ ਕਿਸੇ ਨਾਲ ਨਿੱਜੀ ਬੈਰ ਲੈ ਕੇ ਆਏ ਹੋਏ ਨੇ, ਕਿਸੇ ਦਾ ਨਾਂ ਤਾਂ ਲਿਆ ਹੀ ਨਹੀਂ ਅੱਜ ਤੱਕ ਉਹਨਾਂ ਨੇ ਵੀ ਇਹਦੇ ਨਾਲ ਨਿੱਜੀ ਬੈਰ ਹੈ, ਅਸੀਂ ਤਾਂ ਇਹਦੇ ਨਾਲ ਕਿਹੜ ਕੱਢਣੀ ਹੈ, ਦੱਸੋ ਕਿਹਦਾ ਨਾਂ ਲਿਆ? ਗੱਲ ਤਾਂ ਕਾਨੂੰਨਾਂ ਦੀ ਹੈ। ਹੁਣ ਕਾਨੂੰਨਾਂ ਨਾਲ ਲੜਾਈ ਤਾਂ ਹੋ ਨਹੀਂ ਸਕਦੀ ਹਥਿਆਰਬੰਦ, ਪਹਿਲੀ ਤਾਂ ਗੱਲ ਇਹੀ ਹੋਈ ਆ। ਨੀਤੀਆਂ ਨਾਲ ਕਾਹਦੀ ਲੜਾਈ ਹੋਊਗੀ ਹਥਿਆਰਬੰਦ? ਨੀਤੀਆਂ ਬਣਾਉਣ ਵਾਲਿਆਂ ਨੂੰ ਆਵਾਜ਼ਾਂ ਮਾਰ ਰਹੇ ਨੇ ਕਿ ਆਓ ਬੈਠੋ ਯਾਰ, ਨੀਤੀ ਗਲਤ ਬਣਾਈ ਹੈ ਤੁਸੀਂ, ਤੁਹਾਡੇ ਨਾਲ ਕੋਈ ਬੈਰ ਤਾਂ ਹੈ ਨਹੀਂ ਨਾ। ਬੈਰ ਤੁਸੀਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਉਹ ਸਾਡੇ ਨਹੀਂ ਮਾਫਕਾਰੀ, ਸਾਡੇ ਕਾਰੋਬਾਰ ਨੂੰ, ਸਾਡੇ ਧੰਦੇ ਨੂੰ, ਸਾਡੀ ਖੇਤੀਬਾੜੀ ਨੂੰ, ਸਾਡੇ ਰੁਜ਼ਗਾਰ ਨੂੰ ਇਹਦੇ ਨਾਲ ਢਾਲ ਲੱਗ ਰਹੀ ਹੈ। ਜੇ ਦੇਖੋ, ਪਿੱਛੇ ਦੇਖਿਆ ਜਾਵੇ, ਥੋੜਾ ਜਿਹਾ ਵੱਡਾ ਜਿਗਰਾ ਕਰਕੇ ਸੋਚਣ ਦੀ ਗੱਲ ਹੈ, ਜਿਹੜੇ ਬੰਦੇ ਨੇ ਨੀਤੀ ਬਣਾਈ ਹੈ ਉਹਨਾਂ ਨੂੰ ਲੈ ਕੇ ਕੌਣ ਆਏ ਨੇ? ਲੋਕ ਹੀ ਲੈ ਕੇ ਆਏ ਨੇ, ਆਹੀ ਲੋਕ ਨੇ। ਤੇ ਅੱਜ ਇਹਨਾਂ ਦਾ ਅਧਿਕਾਰ ਬਣਦਾ ਹੈ
ਇਹ ਆਪਣੇ ਹੱਕ ਦੀ ਲੜ ਰਹੇ ਨੇ। ਇਹ ਸਿਰਫ ਇਹੀ ਗੱਲ ਕਰਦੇ ਨੇ ਕਿ ਅਸੀਂ ਤੁਹਾਨੂੰ ਬਿਠਾਇਆ ਹੈ ਤੇ ਇਸ ਕਰਕੇ ਥੋੜੀ ਬਿਠਾਇਆ ਸੀ ਵੀ ਤੁਸੀਂ ਸਾਡਾ ਹੀ ਗਲਾ ਘੁੱਟੋ। ਇਹ 'ਚ ਹਥਿਆਰ ਦੀ ਤਾਂ ਲੋੜ ਹੈ ਹੀ ਨਹੀਂ, ਵਿਚਾਰਾਂ ਦੀ ਲੋੜ ਹੈ। ਇੱਥੇ ਵਿਚਾਰ ਉਹਨਾਂ ਦੇ ਨਹੀਂ ਮਿਲ ਰਹੇ ਤਾਂ ਕਿਸੇ ਨਾ ਕਿਤੇ ਜਾ ਕੇ ਮੁਕਾਮ ਤੇ ਮਿਲ ਜਾਣਗੇ, ਗੱਲਬਾਤ ਲਈ ਆਉਣਗੇ, ਪਤਾ ਲੱਗੂਗਾ ਵੀ ਇਹ ਲੋਕ ਸ਼ਾਂਤਮਈ ਬੈਠੇ ਨਹੀਂ ਯਾਰ। ਜੇ ਸਾਨੂੰ ਅਜੇ ਸੱਤਾ ਤੇ ਬਿਠਾ ਸਕਦੇ ਨੇ, ਕੱਲ ਨੂੰ ਸੱਤਾ ਤੋਂ ਉਤਾਰ ਵੀ ਦੇਣਗੇ। ਇਹਦੇ ਵਿੱਚ ਮਤਲਬ ਬਹੁਤਾ ਲੋੜ ਨਹੀਂ ਹੈਗੀ। ਜਿਹੜੇ ਲੋਕ ਏਦਾਂ ਦੀ ਗੱਲ ਕਰਦੇ ਨੇ, ਜਿੱਦਾਂ ਉਗਰਾਹਾਂ ਸਾਹਿਬ ਨੇ ਵੀ ਕਿਹਾ ਹੈ ਕਿ 2 ਤਰ੍ਹਾਂ ਦੀ ਲੜਾਈ ਹਥਿਆਰਬੰਦ ਤੇ ਵਿਚਾਰਾਂ ਦੀ ਹੁੰਦੀ ਹੈ। ਪਰ ਹਥਿਆਰਬੰਦ ਤਾਂ ਉੱਥੇ ਹੀ ਹੋਇਆ ਜਾਂਦਾ ਜਿੱਥੇ ਕੋਈ ਆਪਸ ਵਿੱਚ ਮੇਲ ਹੋਵੇ, ਹਰ ਇੱਕ ਚੀਜ਼ ਦਾ ਸਾਡੇ ਬਰਾਬਰ ਦੇ ਨੇ, ਅਸੀਂ ਟੱਕਰ ਲੈਣੀ ਹੈ। ਪਰ ਜਿੱਥੇ ਬੇਮੇਚ ਹੋਵੇ, ਕਹਿੰਦੇ ਉੱਥੇ ਵਿਚਾਰ ਕਰਕੇ ਸਹੀ ਤਰੀਕੇ ਨਾਲ ਤੇ ਸ਼ਾਂਤਮਈ ਜਿਹੜੀ ਹੈਗੀ ਹੈ ਸੰਘਰਸ਼ ਜਾਂ ਅੰਦੋਲਨ, ਉਹਦੇ ਨਾਲ ਹੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਤੋ ਇੱਥੇ ਜਿੱਤ ਪ੍ਰਾਪਤ ਹੋ ਜਾਏਗੀ, ਦਬਾਅ ਬਣਿਆ ਹੋਇਆ ਸਰਕਾਰ ਦੇ ਉੱਤੇ। ਜਿਵੇਂ ਹੁਣ ਤੁਸੀਂ ਪੰਜਾਬ ਦੀ ਗੱਲ ਕਰੋ, ਆ ਪਿੱਛੇ ਬੀਤੇ ਦਿਨੀ ਜਿਹੜਾ ਆਪਣਾ ਭਾਜਪਾ ਦਾ ਮੰਤਰੀ ਸੀ ਉਹ, ਸੋਮਨਾਥ, ਕੀ ਨਾਮ ਉਹਦਾ, ਸੋਮ ਪ੍ਰਕਾਸ਼, ਉਹਨਾਂ ਦਾ ਵਿਰੋਧ ਹੋਇਆ ਤੇ ਉਹਦੇ ਦੇ ਉੱਤੇ ਹਰਜੀਤ ਸਿੰਘ ਗਰੇਵਾਲ ਦਾ ਬਿਆਨ ਆਇਆ। ਕਹਿੰਦੇ ਇਹ ਹਿੰਸਾ ਹੈ ਜੀ, ਇਹ ਏਦਾਂ ਨਹੀਂ ਹੋਣਾ ਚਾਹੀਦਾ, ਸਾਡੇ ਤੋਂ ਬੋਲਣ ਦੀ ਆਜ਼ਾਦੀ ਵੀ ਖੋਹ ਲਈ। ਹੁਣ ਜੇ ਉਹ ਗੱਲ ਆਪ ਕਹਿਣ ਲੱਗੇ ਹੈ ਭਾਜਪਾ ਵੀ ਸਾਡੇ ਤੋਂ ਬੋਲਣ ਦੀ ਆਜ਼ਾਦੀ ਖੋਹ ਰਹੇ ਹੈ, ਤੁਸੀਂ ਨਹੀਂ ਖੋਹ ਰਹੇ। ਸੋਸ਼ਲ ਮੀਡੀਆ ਤੇ ਅਟੈਕ ਕਰਕੇ, ਬਿਆਨਬਾਜ਼ੀ ਦੇ ਜਿਹੜਾ ਕੋਈ ਸਰਕਾਰ ਨਾਲ ਅਸਹਿਮਤੀ ਜਿੱਥੇ ਬਣ ਗਈ, ਜੇ ਉਸ ਅਸਹਿਮਤੀ ਨੂੰ ਕੋਈ ਪ੍ਰਗਟ ਕਰਦਾ ਆਪਣੇ ਬੋਲਾਂ ਨਾਲ, ਤਾਂ ਉਹਦਾ ਬੋਲਣ ਦਾ ਅਧਿਕਾਰ ਹੈ ਨਾ। ਤੇ ਤੁਸੀਂ ਉਹਨੂੰ ਵੀ ਬੰਦ ਕਰ ਦਿਓ ਤੇ ਪਰਚਾ ਦੇ ਦਿਓ, ਦੇਸ਼ ਧਰੋਹ ਦਾ ਮਾਮਲਾ ਦਰਜ ਕਰਕੇ ਉਹਨੂੰ ਅੰਦਰ ਦੇ ਦਿਓ। ਇਹ ਕੋਈ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਗੱਲ ਨਹੀਂ। ਜਿੱਥੇ ਕਿਤੇ ਵਿਚਾਰਾਂ ਨਾਲ ਟਕਰਾਅ ਹੋਇਆ, ਸਰਕਾਰ ਦੀਆਂ ਨੀਤੀਆਂ ਨਾਲ ਸਹਿਮਤ ਨਹੀਂ ਹੋਇਆ ਕੋਈ ਬੰਦਾ, ਜਿਹਨੇ ਆਪਣੀ ਅਸਹਿਮਤੀ ਪ੍ਰਗਟ ਕਰ ਦਿੱਤੀ, ਤਾਂ ਉਹਦੇ ਤੇ ਸਰਕਾਰ ਨੇ ਪਰਚੇ ਦਰਜ ਕਰਾਤੇ। ਇਹ ਬੋਲਣ ਦੇ ਅਧਿਕਾਰ ਤੇ ਡਾਕਾ ਨਹੀਂ ਹੈਗਾ। ਇਹਨਾਂ ਗੱਲਾਂ ਦਾ ਜਵਾਬ ਨਹੀਂ ਦਿੰਦੇ। ਅੱਜ ਜੇ ਕਿਸੇ ਨੂੰ ਪੰਜਾਬ ਦੇ ਵਿੱਚ ਭਾਜਪਾ ਦੇ ਕਿਸੇ ਆਗੂ ਨਾਲ ਵਿਰੋਧ ਕਰ ਦਿੰਦੇ ਨੇ, ਕਿਸਾਨ ਕਾਲੇ ਝੰਡੇ ਦਿਖਾ ਦਿੰਦੇ ਨੇ ਤੇ ਕਹਿੰਦੇ ਸਾਡੇ ਬੋਲਣ ਦੇ ਅਧਿਕਾਰ ਤੇ ਵੀ ਡਾਕਾ ਮਾਰਨ ਲੱਗੇ, ਇਹ ਤਾਂ ਹਿੰਸਾ ਆ। ਜਦੋਂ ਤੁਸੀਂ ਸੜਕਾਂ ਪੁੱਟਦੇ ਹੋ ਬਈ, ਡਾਂਗਾ ਮਾਰਦੇ ਹੋ, ਪਾਣੀ ਦੀਆਂ ਬੁਛਾਰਾਂ ਉਹ ਹਿੰਸਾ ਨਹੀਂ ਹੁੰਦੀ? ਕਾਹਦੇ ਲਈ ਕਰ ਰਹੇ ਹੋ? ਉਹੀ ਲੋਕ ਨੇ ਜਿਨ੍ਹਾਂ ਨੇ ਤੁਹਾਡੀਆਂ ਨੀਤੀਆਂ ਨਾਲ ਸਹਿਮਤ ਹੋ ਕੇ ਤੁਹਾਨੂੰ ਸੱਤਾ ਬਖਸ਼ੀ, ਤੇ ਅੱਜ ਉਹੀ ਲੋਕ ਨੇ ਜੇ ਤੁਹਾਡੇ ਤੋਂ ਕੁਝ ਕਹਿ ਰਹੇ ਨੇ ਕਿ ਆਹ ਨੀਤੀ ਗਲਤ ਬਣ ਗਈ, ਤੁਸੀਂ ਉਹਨਾਂ ਦੇ ਡਾਂਗਾ ਮਾਰ ਰਹੇ ਹੋ। ਇਹ ਕੀ ਗੱਲ ਹੋਈ? ਇਸਦਾ ਜਵਾਬ ਤਾਂ ਦੇਣਾ ਚਾਹੀਦਾ ਨਾ। ਗੱਲ ਤਾਂ ਸਿਰਫ ਬਖਰੇਵਾਂ ਹੀ ਆ, ਤੇ ਇੱਥੇ ਹਥਿਆਰਾਂ ਦੀ ਬਹੁਤੀ ਲੋੜ ਨਹੀਂ। ਉਹ ਭੜਕਾਉਣ ਤੋਂ ਲੋਕਾਂ ਨੂੰ ਵੀ ਗਰੇਜ ਕਰਨਾ ਚਾਹੀਦਾ, ਜੋ ਏਦਾਂ ਦੀ ਕੋਈ ਰਣਨੀਤੀਆਂ ਲੈ ਕੇ ਗੱਲ ਕਰਦੇ ਨੇ ਜੀ। ਬਿਲਕੁਲ। ਉਧਰ ਪਰਮਿੰਦਰ ਜੀ, ਹੁਣ 26 ਤਰੀਕ ਜਿਹੜੀ ਉਹ ਬੜੀ ਅਹਿਮ ਰੱਖ ਰਹੀ ਹੈ। ਕੱਲ ਨੂੰ 26 ਜੂਨ ਹੈ ਤੇ ਹਰ ਮਹੀਨੇ ਜਿਹੜਾ ਉਹ ਕਿਸਾਨ ਕੋਈ ਨਾ ਕੋਈ ਐਲਾਨ ਕਰਦੇ ਨੇ ਕਿ ਜਿਹਦੇ ਨਾਲ ਕਿਸਾਨੀ ਮੋਰਚਾ ਜਿਹੜਾ ਉਹ ਅੱਗੇ ਇਸੇ ਤਰ੍ਹਾਂ ਵਧਦਾ ਰਹੇ ਤੇ ਲੋਕ ਜੁੜੇ ਰਹਿਣ। ਹੁਣ ਉਹਨਾਂ ਨੇ ਕਿਹਾ ਕਿ ਖੇਤੀ ਬਚਾਓ ਤੇ ਲੋਕਤੰਤਰ ਬਚਾਓ। ਇਹਦੇ ਵਿੱਚ ਇੱਕ ਤਾਂ ਆਪਣੇ ਯੋਗੇਂਦਰ ਯਾਦਵ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਾਫੀ ਬਰੀਫ ਦੇ ਵਿੱਚ ਦੱਸਿਆ ਕਿ ਕਿਸ ਤਰ੍ਹਾਂ ਖੇਤੀ ਦੇ ਨਾਲ ਲੋਕਤੰਤਰ ਨੂੰ ਬਚਾਉਣ ਦੇ ਲਈ ਅੱਗੇ ਵਧਣਾ ਹੈ। ਤੇ ਦੂਜੇ ਪਾਸੇ ਰਾਕੇਸ਼ ਟਕੈਤ ਉਹਨਾਂ ਦਾ ਬਿਆਨ ਵੀ ਅਹਿਮੀਅਤ ਰੱਖਦਾ ਹੈ ਕਿ 26 ਤਰੀਕ ਜਿਹੜੀ ਹੈ ਉਹ ਸ਼ਾਇਦ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬੀਜੇਪੀ ਨੂੰ ਲੈ ਡੁੱਬੇਗੀ। 26 ਤਰੀਕ ਨੇ ਹੁਣ ਤੱਕ ਬੀਜੇਪੀ ਨੂੰ ਕਾਫੀ ਪਿੱਛੇ ਧੱਕਿਆ ਤੇ ਇਹਦੇ ਵਿਚਾਲੇ ਕਹਿੰਦੇ ਹੁਣ ਫੇਰ ਉਹ ਰਿਹਰਸਲ ਵੀ ਇੱਕ ਟਰੈਕਟਰਾਂ ਦੀ ਕਰ ਰਹੇ ਨੇ ਉੱਤੇ ਗਾਜ਼ੀਪੁਰ ਬਾਰਡਰ ਦੇ ਉੱਤੇ ਕਿ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜਾ ਉਹ ਇੱਕ ਮੂੰਹ ਤੋੜ ਜਵਾਬ ਦੇਵਾਂਗੇ ਕੇਂਦਰ ਸਰਕਾਰ ਨੂੰ ਜੇ ਉਹ ਪਿੱਛੇ ਨਹੀਂ ਹਟਦੀ ਤਾਂ। ਬਿਲਕੁਲ, ਰਾਕੇਸ਼ ਟਕੈਤ ਦਾ ਜਿਹੜਾ ਬਿਆਨ ਹੈ ਉਹ 26 ਨੂੰ ਲੈ ਕੇ ਤਾਂ ਕਾਫੀ ਜ਼ਿਆਦਾ ਹੈਗਾ। ਜਿਵੇਂ ਉਹਨਾਂ ਨੇ ਗੱਲ ਕੀਤੀ ਹੈ ਕਿ 26 ਕਹਿੰਦਾ ਵੀ ਸਰਕਾਰ ਨੂੰ ਲੈ ਬੈਠੂਗੀ ਤੇ 26 ਕਦੇ ਮਾਫ ਨਹੀਂ ਕਰੂਗੀ ਸਰਕਾਰ ਨੂੰ। ਤੇ ਉਹਨਾਂ ਨੇ ਗੱਲ ਵੀ ਕੀਤੀ ਹੈ ਜਿਵੇਂ 26 ਨੂੰ ਅੰਦੋਲਨ ਸ਼ੁਰੂ ਹੋਇਆ, ਸੰਪੂਰਨ ਕ੍ਰਾਂਤੀ 26 ਨੂੰ ਹੋਈ, ਤੇ ਪੁਲਵਾਮਾ ਅਟੈਕ 26 ਨੂੰ ਹੋਇਆ, ਤੇ 26 ਨੂੰ ਆਹ ਜਿਹੜਾ ਹੁਣ ਲੋਕਤੰਤਰ ਬਚਾਓ ਇਹ ਵੀ ਹੈ। ਇੱਕ ਟਰਾਇਲ ਬੇਸ ਤੇ ਕਹਿੰਦੇ ਦੱਸਣਾ ਚਾਹਾਂਗੇ, ਇੱਕ ਰਿਹਰਸਲ ਦੇ ਤੌਰ ਤੇ ਇਹ ਗੱਲ ਹੋਏਗੀ। ਤੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਘਾਤਕ ਵੀ ਹੋ ਸਕਦਾ ਜੇ 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 ਨਾ ਗੱਲ ਮੰਨੀ, ਜੇ ਨਾ ਅੜੀਅਲ ਰਵੱਈਆ ਛੱਡਿਆ ਸਰਕਾਰ ਨੇ। ਤੇ ਇਹ ਗੱਲ ਨਹੀਂ ਹੈਗੀ ਕਿ ਲੋਕਤੰਤਰ ਬਚਾਓ, ਖੇਤੀ ਬਚਾਓ ਦਾ ਜਿਹੜਾ ਨਾਲ ਲੈ ਕੇ ਇੱਕ ਨਾਅਰਾ ਲੈ ਕੇ ਚੱਲੇ ਆ ਤਾਂ ਉਹਦੇ ਤੇ ਲੋਕਾਂ ਨੇ ਸਾਥ ਨਹੀਂ ਦੇਣਾ। ਇਹ ਵੀ ਗੱਲ ਨਹੀਂ ਹੈਗੀ ਕਿ ਸਰਕਾਰ ਨੇ ਵੀ ਚੁੱਪ ਬੈਠਣਾ। ਗੱਲ ਤਾਂ ਇੰਨੀ ਕੁ ਹੈਗੀ ਹੈ ਕਿ ਹੁਣ ਜਿਹੜਾ ਆਹ ਨੀਤੀ ਲੈ ਕੇ ਚੱਲ ਰਹੇ ਨੇ, ਜਾਂ ਸਰਕਾਰ ਜਿਹੜਾ ਤਾਣਾ ਬਾਣਾ ਬੁਣਦੀ ਜਾ ਰਹੀ ਹੈ, ਬਚਾਅ ਤਾਂ ਇਹਦੇ ਵਿੱਚ ਰੱਖਣਾ ਪੈਣਾ। ਨਾਲ ਇਹ ਵੀ ਹੈ ਕਿ ਇਹਦੇ ਵਿੱਚ ਤਾਣੇ ਬਾਣੇ ਚ ਨਾਲ ਉਹਦੇ ਜਿਵੇਂ ਹੁਣ ਇੱਕ ਗਰੁੱਪ ਖੜਾ ਕੀਤਾ, ਕਿਤੇ ਸੰਤ ਦਾਦੂਵਾਲ ਖੜਾ ਕਰ ਲਿਆ ਵੀ ਆਹ ਤੁਸੀਂ ਵਿਚੋਲੇ ਬਣ ਜਾਓ। ਪਹਿਲਾਂ ਵੀ ਕੋਸ਼ਿਸ਼ਾਂ ਹੋਈਆਂ। ਸੋ ਹੋਏਗਾ ਵਿਚਾਰਾਂ ਦਾ ਅਟੈਕ ਹੀ,
ਲੇਕਿਨ ਹੂੰ, ਹੋਏਗਾ ਚੁਫੇਰਿਓਂ ਹੁਣ, ਸਰਕਾਰ ਵੱਲੋਂ ਵੀ ਹੋਏਗਾ। ਬਿਲਕੁਲ, ਉਹ ਚੀਜ਼ਾਂ ਨੇ ਹੁਣ ਉਹਨਾਂ ਨੂੰ ਇਹ ਕਿਸਾਨ ਯੂਨੀਅਨਾਂ ਜਿਹੜੀਆਂ ਨੇ, ਸੰਯੁਕਤ ਮੋਰਚਾ ਜਿਹੜਾ ਹੈ, ਉਹ ਕਿੱਦਾਂ ਉਹਨਾਂ ਤੋਂ ਬਚਦਾ ਹੈ, ਇਸ ਤਾਣੇ-ਬਾਣੇ ਦੇ ਵਿੱਚ ਉਲਝੇ ਨਾ। ਜਿਵੇਂ ਪਹਿਲਾਂ ਵੀ ਭੀੜ ਦਾ ਫਾਇਦਾ ਐਂ ਕਹਿ ਲਓ ਕਿ ਨੁਕਸਾਨ ਜਿਹੜਾ ਜ਼ਿਆਦੇ ਹੋਇਆ ਤਾਂ ਅੰਦੋਲਨ ਨੂੰ ਥੋੜ੍ਹਾ ਜਿਹਾ ਫਾਇਦਾ ਘੱਟ ਹੋਇਆ ਸੀਗਾ। ਕਾਰਨ ਇਹ ਹੈ ਕਿਉਂਕਿ ਮੀਡੀਆ ਜਿਹੜਾ ਹੈ ਕਿਤੇ ਨਾ ਕਿਤੇ ਉਹ ਸਰਕਾਰ ਪੱਖੀ ਹੋ ਜਾਂਦਾ ਹੈ ਕਿ ਬਿਲਕੁਲ, ਜਿਹੜੀ ਚੀਜ਼ ਅੰਦੋਲਨ ਨੂੰ ਢਾਹ ਲਾਉਂਦੀ ਹੈ, ਉਹ ਚੀਜ਼ ਜ਼ਿਆਦਾ ਪ੍ਰਕਾਸ਼ਿਤ ਹੋ ਜਾਂਦੀ ਹੈ, ਉਹ ਚੀਜ਼ ਜ਼ਿਆਦਾ ਹਾਈਲਾਈਟ ਕਰ ਦਿੰਦੇ ਆ। ਤੋ ਜਿਹੜੇ ਲੋਕ ਲੱਖਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਯੁਕਤ ਮੋਰਚੇ ਦੀ ਲੀਹ ਬਣਾਈ ਸੀ, ਉਹ ਤੇ ਚੱਲੇ ਸੀਗੇ 26 ਜਨਵਰੀ ਨੂੰ, ਤੇ ਕੁਛ ਕੁ ਲੋਕਾਂ ਦੇ ਇਕੱਠ ਜਿਹੜਾ ਦੂਜੇ ਪਾਸੇ ਬਿਖਰ ਗਿਆ, ਜਾਂ ਕਹਿ ਲਓ ਭੁਲੇਖੇ ਨਾਲ ਚੱਲ ਗਿਆ, ਜਾਂ ਕਿਵੇਂ ਵੀ ਜੋ ਵੀ ਹੋਇਆ। ਉਸ ਚੀਜ਼ ਨੂੰ ਹਾਈਲਾਈਟ ਕਰਕੇ ਅੰਦੋਲਨ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਇਹ ਹੁਣ ਵੀ ਏਦਾਂ ਦਾ ਕੋਈ ਤਾਣਾ-ਬਾਣਾ, ਜ਼ਿਆਦਾ ਭੀੜ ਨੂੰ ਦੇਖ ਕੇ ਕੁਛ ਲੋਕ ਵਿੱਚ ਏਦਾਂ ਦੇ ਘੁਸਪੈਠ ਨਾ ਕਰਾ ਦੇਈ ਜਾਣ, ਉਹਨਾਂ ਦੀ ਪਛਾਣ ਕਰਨੀ ਕਿ ਸਾਡੇ ਲੋਕ ਕਿਹੜੇ ਨੇ, ਬੜਾ ਔਖਾ। ਲੇਕਿਨ ਜ਼ਿੰਮੇਵਾਰੀਆਂ ਇੰਨੀਆਂ ਜ਼ਿਆਦੇ ਹੋਣਗੀਆਂ ਕਿ ਉਹਨਾਂ ਨੂੰ ਹਰ ਇੱਕ ਬੰਦੇ ਨੇ ਆਪਣੇ ਮੋਢੇ ਦੇ ਉੱਤੇ ਜ਼ਿੰਮੇਵਾਰੀ ਚੱਕ ਕੇ ਅੱਗੇ ਤੁਰਨਾ ਪਏਗਾ। ਸੋ ਆਹ ਜਿਹੜੀਆਂ ਅੱਗੇ ਰਣਨੀਤੀਆਂ ਉਲੀਕੀਆਂ ਜਾ ਰਹੀਆਂ ਨੇ, ਦਿਵਸ ਮਨਾਏ ਜਾ ਰਹੇ ਨੇ, ਇਹ ਕਹਿ ਲਓ ਇੱਕ ਸਰਕਾਰ ਨੂੰ ਇੱਕ ਸੁਨੇਹਾ ਦਿੱਤਾ ਜਾ ਰਿਹਾ ਕਿ ਦਿਨ ਪ੍ਰਤੀ ਦਿਨ ਇਹ ਜਿਹੜਾ ਅੰਦੋਲਨ ਅੱਗੇ ਵੱਧ ਰਿਹਾ ਹੈ। ਸਰਕਾਰ ਵੀ ਕਹਿ ਸਕਦੇ ਆ ਕਿ ਬੁਖਲਾਈ ਹੋਈ ਹੈ। ਹੋਰਨਾਂ ਖਬਰਾਂ ਤੋਂ ਤੁਸੀਂ ਅਖਬਾਰਾਂ ਦੀਆਂ ਪੜ੍ਹਦੇ ਹੋ, ਕਿਤੇ ਨਾ ਕਿਤੇ ਤਾਲਮੇਲ ਕੀਤਾ ਜਾ ਰਿਹਾ, ਕਿਤੇ ਮਿਲਣ ਵਰਤਣ, ਕਿਤੇ ਮੀਟਿੰਗ, ਕਿਤੇ ਕੁਛ ਹੋ ਰਹੀ ਹੈ। ਇਹਦਾ ਮਤਲਬ ਤਾਂ ਇਹੀ ਹੈ ਕਿ ਅੰਦੋਲਨ ਦਾ ਦਬਾਅ ਵੱਧਦਾ ਜਾ ਰਿਹਾ, ਅੰਦੋਲਨ ਸਫਲਤਾ ਵਾਲੇ ਪਾਸੇ ਜਾ ਰਿਹਾ ਹੈ। ਲੇਕਿਨ ਹੁਣ ਜਿਹੜਾ ਹੈਗਾ ਸਮਾਂ ਬਿਲਕੁਲ ਨਜ਼ਦੀਕ ਆ ਕੇ ਜਦੋਂ ਸਫਲਤਾ ਮਿਲਣੀ ਹੁੰਦੀ ਹੈ, ਉਹ ਆਪਾਂ ਕਹਿ ਲਓ ਕਿ ਬੜਾ ਗੰਭੀਰ ਸਮਾਂ ਹੁੰਦਾ ਹੈ ਉਹ। ਉਹਦੇ ਵਿੱਚ ਬਹੁਤ ਜ਼ਿਆਦੇ ਸੋਚਣ ਦੀ, ਪਰਖਣ ਦੀ, ਸਮਝ ਨਾਲ ਤੁਰਨ ਦੀ ਘੜੀ ਹੁੰਦੀ ਹੈ ਉਹ। ਸੋ ਇਹਦੇ ਵਿੱਚ ਆ ਜਿਹੜੇ ਸੂਝਵਾਨ ਬੰਦੇ ਨੇ, ਚਾਹੇ ਰਾਕੇਸ਼ ਟਕੈਤ ਹੋਣੀ ਨੇ, ਯੂਨੀਅਨ ਦੇ ਹੋਰ ਆਗੂ ਨੇ, ਉਹ ਇਹਨੂੰ ਕਿਤੇ ਨਾ ਕਿਤੇ ਤਣ ਪੱਤਣ ਲਾਉਣਗੇ ਜ਼ਰੂਰ। ਪਰਮਿੰਦਰ ਜੀ, ਅਗਲੀ ਖਬਰ ਇਹ ਵੀ ਕਿਸਾਨਾਂ ਦੇ ਨਾਲ ਹੀ ਜੁੜੀ ਹੈ ਕਿ ਜਿੱਥੇ ਤੱਕ ਕਿਸਾਨ ਦਿੱਲੀ 'ਚ ਬੈਠੇ, ਉੱਥੇ ਮੀਂਹ ਹਨੇਰੀ ਸਾਰਾ ਕੁਝ ਚੱਲ ਰਹੇ ਨੇ, ਅੱਤ ਦੀ ਗਰਮੀ ਦੇ ਵਿੱਚ ਵੀ ਕਿਸਾਨ ਉੱਥੇ ਬੈਠੇ ਨੇ, ਤੇ ਇੱਧਰ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਫਿਕਰ ਝੋਨੇ ਦੀ ਵੀ ਹੈ ਕਿ ਇੱਧਰ ਝੋਨਾ ਲਾਉਣ ਤੋਂ ਬਾਅਦ ਫਿਰ ਅਸੀਂ ਦਿੱਲੀ ਦੇ ਵੱਲ ਨੂੰ ਵਹੀਰਾਂ ਘੱਤਾਂਗੇ ਉਸੇ ਤਰੀਕੇ ਦੇ ਨਾਲ। ਪਰ ਮੁਸ਼ਕਲਾਂ ਜਿਹੜੀਆਂ ਨੇ ਉਹ ਇੱਧਰ ਕਿਸਾਨਾਂ ਨੂੰ ਬਹੁਤ ਆ ਰਹੀਆਂ ਨੇ, ਕਿਤੇ ਸੜਕਾਂ ਤੇ ਬੈਠੇ ਨੇ, ਕਿਤੇ ਬਿਜਲੀ ਦੇ ਦਫ਼ਤਰ ਜਿਹੜੇ ਉਹ ਘੇਰੇ ਹੋਏ ਨੇ, ਗ੍ਰਿਡਾਂ ਨੂੰ ਘੇਰਿਆ ਹੋਇਆ। ਕਿਸਾਨ ਕਹਿੰਦੇ ਕਿ ਸਰਕਾਰ ਜਿਹੜੀ ਪੰਜਾਬ ਦੀ ਹੈ ਉਹ ਸਾਡਾ ਸਾਥ ਨਹੀਂ ਦੇ ਰਹੀ, ਕਿਤੇ ਬਿਜਲੀ ਦੇ ਨਹੀਂ ਮਿਲ ਰਹੀ, ਕਿਤੇ ਕੱਟ ਲੱਗ ਰਹੇ ਨੇ। ਇਸ ਤਰੀਕੇ ਦੀਆਂ ਜਿਹੋ ਜਿਹੀਆਂ ਵੀ ਕਿਸਾਨਾਂ ਨੂੰ ਦਿੱਕਤਾਂ ਆ ਰਹੀਆਂ ਨੇ, ਉਹ ਅਖਬਾਰਾਂ ਦੀਆਂ ਸੁਰਖੀਆਂ ਆਏ ਦਿਨ ਲੱਗੀਆਂ ਰਹਿੰਦੀਆਂ ਨੇ। ਕੀ ਲੱਗਦਾ ਹੈ ਸਰਕਾਰ ਇਹਨਾਂ ਮਸਲਿਆਂ ਨੂੰ ਨਿਬੇੜ ਪਾਏਗੀ, ਜਾਂ ਫਿਰ ਇਹਨਾਂ ਮਸਲਿਆਂ ਨੂੰ ਕਿਉਂ ਇਸ ਤਰੀਕੇ ਦੇ ਨਾਲ ਕਿਸਾਨਾਂ ਨੂੰ ਪਰੇਸ਼ਾਨੀ ਦੇ ਵਿੱਚ ਪਾਇਆ ਜਾ ਰਿਹਾ, ਜਦੋਂ ਆਲਰੇਡੀ ਕਿਸਾਨ ਜਿਹੜੇ ਨੇ ਉਹ ਕੇਂਦਰ ਸਰਕਾਰ ਦੇ ਨਾਲ ਮੱਥਾ ਲਾ ਕੇ ਬੈਠੇ ਹੋਏ ਨੇ? ਦੇਖੋ ਜਿਹੜੀ ਪੰਜਾਬ ਦੇ ਵਿੱਚ ਸਥਿਤੀ ਹੈਗੀ ਆ, ਉਹ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦਾ ਬੋਝ ਇੰਨਾ ਜ਼ਿਆਦਾ ਵਧਾ ਲਿਆ ਸਰਕਾਰ ਨੇ, ਕੰਮਕਾਰ ਤਾਂ ਕੀਤਾ ਨਹੀਂ ਕੋਈ। ਆਪਾਂ ਪਹਿਲਾਂ ਵੀ ਗੱਲਾਂ ਕੀਤੀਆਂ ਨੇ, ਤਾਂ ਲੋਕਾਂ ਨੂੰ ਵੀ ਪਤਾ ਹੀ ਹੈ ਕਿ 4 ਸਾਲ ਕਿਵੇਂ ਕੱਢਤੇ। ਕੋਈ ਰੈਵਨਿਊ ਦਾ ਨਹੀਂ, ਕੁਛ ਕੋਰੋਨਾ ਦਾ ਪ੍ਰਭਾਵ ਸੀ, ਕੁਛ ਸਰਕਾਰ ਦੀਆਂ ਪਹਿਲੇ ਸਾਲਾਂ ਦੇ ਵਿੱਚ ਜਿਹੜੀਆਂ ਆਪਦੀਆਂ ਨੀਤੀਆਂ ਹੀ ਨਹੀਂ ਬਣਾ ਸਕੀ। ਹੁਣ ਲਾਸਟ ਵਾਲੇ ਪਾਸੇ ਜਿਹੜਾ ਕੁਛ ਕਰਨ ਦੀ ਲੋੜ ਸੀਗੀ, ਤਾਂ ਇੱਥੇ ਆਪਸ ਵਿੱਚ ਉਲਝੇ ਹੋਏ ਨੇ, ਇੱਥੇ ਕੁਰਸੀ ਦਾ ਰੌਲਾ ਪੈ ਗਿਆ। ਤੇ ਉਹ ਚੀਜ਼ਾਂ ਹੁਣ ਇਹਨਾਂ ਨੂੰ ਖਮਿਆਜਾ ਭੁਗਤਣਾ ਪੈ ਰਿਹਾ। ਖਮਿਆਜਾ ਇਹਨਾਂ ਨੂੰ ਤਾਂ ਕੀ ਭੁਗਤਣਾ ਪੈ ਰਿਹਾ, ਇਹਨਾਂ ਦੀ ਤਾਂ ਆਦਤ ਬਣੀ ਹੋਈ ਹੈ ਕਿ ਇੱਕ ਵਾਰ ਸੱਤਾ 'ਚ ਆ ਗਏ ਤੇ ਦੂਜੀ ਵਾਰ ਹਾਰਨਾ ਹੀ ਆ। ਇਹਨਾਂ ਤਾਂ ਆਦਤ ਹੈ ਉਹ। ਤੇ ਦੂਜੀ ਇਹ ਗੱਲ ਹੈ ਕਿ ਲੋਕਾਂ ਨੂੰ ਖਮਿਆਜਾ ਹਰ ਵਾਰ ਭੁਗਤਣਾ ਪੈ ਜਾਂਦਾ। ਕਦੇ ਕਿਸੇ ਤੇ ਵਿਸ਼ਵਾਸ ਕਰ ਲੈਂਦੇ ਨੇ, ਕਦੇ ਕਿਸੇ ਤੇ ਕਰ ਲੈਂਦੇ ਨੇ। ਤੇ ਜੇ ਗੱਲ ਹੋਰ ਵੀ ਇੱਕ ਕਹਿ ਲਓ ਕਿ ਤਰਾਸਦੀ ਕਹਿ ਲਓ, ਉਹ ਐਤਵਾਰ ਵੀ ਦੁਬਾਰਾ ਉਹਨਾਂ ਤੇ ਕਰ ਲੈਣ ਜਿਹਨਾਂ ਨੂੰ ਪਹਿਲਾਂ ਪਰਖਿਆ ਹੁੰਦਾ। ਹਰ ਵਾਰ ਫੇਰ ਦੁਬਾਰੇ ਉਹਨਾਂ ਨੂੰ ਮੌਕਾ ਦੇ ਦਿੰਦੇ ਆ ਕਿ ਚਲੋ ਤੁਸੀਂ ਫੇਰ ਆ ਕੇ ਦੇਖ ਲਓ ਭਾਈ, ਕੀ ਪਤਾ ਭਲਾ ਹੀ ਕਰ ਦਓ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਇਹ ਹੁਣ ਖਮਿਆਜਾ ਇਹਨਾਂ ਨੂੰ ਭੁਗਤਣਾ ਪੈ ਰਿਹਾ। ਹੁਣ ਖੇਤਾਂ ਦੇ ਵਿੱਚ ਜਿੱਥੇ ਲੋੜ ਹੈ, ਕਿਸਾਨਾਂ ਦੀ ਲੋੜ ਹੈ, ਖੇਤਾਂ ਨੂੰ ਆਪਣੀਆਂ ਫਸਲਾਂ ਸਾਂਭਣ ਦੀ ਲੋੜ ਹੈ ਉਹਨਾਂ ਨੂੰ। ਹੁਣ ਜਾ ਕੇ ਉਹਨਾਂ ਨੇ ਜਿਹੜਾ ਲੁਆਈ ਚੱਲ ਰਹੀ ਹੈ ਝੋਨੇ ਦੀ, ਇਹਦੇ ਵਿੱਚ ਪਾਣੀ, ਲਾਈਟ ਦਾ ਪ੍ਰਬੰਧ ਜੇ ਦੇਖਣਾ, ਉੱਥੇ ਰਾਤਾਂ ਕੱਟ ਰਹੇ ਨੇ, ਨੱਕੇ ਲਾ ਰਹੇ ਨੇ, ਤੋੜ ਰਹੇ ਨੇ, ਜੋ ਵੀ ਹੈ ਪਾਣੀ ਲਾਉਣਾ। ਤਾਂ ਉਹ ਚੀਜ਼ਾਂ ਜਿਹੜੀਆਂ ਹੁਣ ਉਹ ਛੱਡ ਕੇ ਸਾਰਾ ਕੁਝ ਸੜਕਾਂ ਤੇ ਸੰਘਰਸ਼ ਵਾਸਤੇ ਉਤਰੇ। ਕਾਰਨ ਤਾਂ ਇਹੀ ਹੈ ਕਿ ਬਿਜਲੀ ਨਹੀਂ ਮਿਲ ਰਹੀ 8 ਘੰਟੇ। ਤੇ ਉਹਦੇ ਵਿੱਚ ਇੱਕ ਹੁਣ ਗੁਪਤ ਗੱਲ ਬਾਹਰ ਨਿਕਲ ਕੇ ਆ ਗਈ, ਕਹਿੰਦੇ ਸਰਕਾਰ ਨੇ ਗੁਪਤ ਫਾਰਮੂਲਾ ਬਣਾ ਲਿਆ ਕਿ 8 ਘੰਟੇ ਲਾਈਟ ਕਾਗਜ਼ਾਂ ਤਾਂ ਚੱਲੀ ਜਾਣ ਦੋ 5-6 ਘੰਟੇ ਹੀ। ਸਬਸਿਡੀ ਦਾ ਬੋਝ ਘਟਾਉਣਾ, ਸਬਸਿਡੀ ਦਾ ਹੁਣ ਚੱਕਿਆ ਨਹੀਂ ਜਾ ਰਿਹਾ ਸਰਕਾਰ, ਤੇ ਬੰਦ ਕਰ ਨਹੀਂ ਸਕਦੀ। ਚੋਣਾਂ ਨੇੜੇ ਆ ਗਈਆਂ ਤੇ ਰੈਵਨਿਊ ਇਕੱਠਾ ਕੀਤਾ ਨਹੀਂ, ਕੋਈ ਸਾਧਨ ਕੋਈ ਅਪਣਾਇਆ ਨਹੀਂ ਪਹਿਲਾਂ, ਵੀ ਕਿਵੇਂ ਦਾ ਹੈ, ਜਾਂ
ਬਿਜਲੀ ਸਮਝੌਤਿਆਂ ਦੇ ਉੱਤੇ ਤੁਸੀਂ ਪਹਿਲਾਂ ਜਿਵੇਂ ਸਰਕਾਰ ਬਣੀ ਸੀ ਕਿ ਬਿਜਲੀ ਸਮਝੌਤੇ ਕਿਵੇਂ ਹੋਏ ਨੇ, ਉਹਨਾਂ ਦੀ ਕੋਈ ਪੜਚੋਲ ਕੀਤੀ ਜਾਂਦੀ, ਪੜਤਾਲ ਕਰੀ ਜਾਂਦੀ। ਜੇ ਕੋਈ ਉਹਨਾਂ ਦੇ ਵਿੱਚ ਲੱਗਦਾ ਕਿ ਸੂਬੇ ਨੂੰ ਨੁਕਸਾਨ ਹੁੰਦਾ, ਸੂਬੇ ਦੇ ਲੋਕਾਂ ਨੂੰ ਨੁਕਸਾਨ ਹੁੰਦਾ, ਤਾਂ ਰੱਦ ਕਰੇ ਜਾਂਦੇ। ਬਥੇਰਾ ਰੌਲਾ ਪਿਆ, ਆਮ ਆਦਮੀ ਪਾਰਟੀ ਨੇ ਵੀ ਪਾਇਆ ਸੀਗਾ, ਕਾਂਗਰਸ ਨੇ ਵੀ ਬਕਾਇਦਾ ਤੌਰ ਤੇ ਕਿਹਾ ਸੀ ਇਹਨਾਂ ਤੇ ਨਜ਼ਰਸਾਨੀ ਕੀਤੀ ਜਾਊਗੀ, ਲੇਕਿਨ ਉੱਥੇ ਹੀ ਹੈ ਸਾਰਾ ਕੁਝ। ਉਹ ਚੀਜ਼ਾਂ ਨਹੀਂ ਦੇਖਣੀਆਂ, ਉਹ ਚੀਜ਼ਾਂ ਨਾ ਕੀਤੀਆਂ ਗਈਆਂ ਤਾਂ ਹੁਣ ਜਿਹੜਾ ਹੈਗਾ ਖਮਿਆਜ਼ਾ ਭੁਗਤਣਾ ਪੈ ਰਿਹਾ ਆਮ ਲੋਕਾਂ ਨੂੰ। ਉਹ ਵਿਚਾਰੇ ਬਿਲਕੁਲ ਸੰਘਰਸ਼ ਦਾ ਰਾਹ ਹੀ ਅਪਣਾ ਸਕਦੇ ਨੇ। ਕਰਨਾ ਤਾਂ ਇਹਨਾਂ ਨੇ ਵੀ ਕੁਛ ਨਹੀਂ, ਜਿਵੇਂ ਹੁਣ ਬੇਰੁਜ਼ਗਾਰਾਂ ਨੂੰ ਇਹਨਾਂ ਨੇ ਜਿਹੜਾ ਪੈਰਾ ਐਥਲੀਟ ਸੀਗੇ ਉਹਨਾਂ ਨੂੰ ਦੇਤਾ, ਇੱਕ ਮਿੱਠੀ ਗੋਲੀ ਦੇਤੀ ਵਿਚਾਰਿਆਂ ਨੂੰ। ਉਹ ਇਹਨਾਂ ਨੂੰ ਵੀ, ਕਿਸਾਨਾਂ ਨੂੰ ਵੀ ਤੋੜ ਦੇਣਾ। ਗੱਲ ਤਾਂ ਹੁਣ ਬਿਜਲੀ ਦੀ ਹੈ ਕਿ 8 ਘੰਟੇ ਦੇਣਗੇ, 2 ਦਿਨ ਦੇਣਗੇ, 4 ਦਿਨ ਦੇਣਗੇ, ਫੇਰ ਲੋਕ ਵੀ ਕਿੱਥੇ ਤੱਕ ਸੰਘਰਸ਼ ਕਰੀ ਜਾਣਗੇ, ਕਦ ਤੱਕ ਕੰਮ ਛੱਡ ਕੇ ਸੜਕਾਂ ਤੇ ਆਈ ਜਾਣਗੇ। ਉਹਨਾਂ ਨੂੰ ਪਿੱਛੇ ਕੰਮ ਪੈਂਡਿੰਗ ਹੋ ਜਾਂਦਾ, ਤੇ ਉਹ ਵਿਚਾਰੇ ਫਿਰ ਸਬਰ ਕਰਕੇ ਬੈਠ ਜਾਣਗੇ, ਇਹਨਾਂ ਦਾ ਤਾਂ ਸਰ ਜਾਂਦਾ। ਗੱਲ ਤਾਂ ਇੰਨੀ ਇਹ ਹੈ ਵੀ ਜੇ ਸੱਚੀ ਮੁੱਚੀ ਸਰਕਾਰ ਨੀਤੀਆਂ ਬਣਾਉਂਦੀ ਹੈ ਨਾ, ਮੈਨੀਫੈਸਟੋ ਦੇ ਵਿੱਚ ਕੁਝ ਦਰਜ ਕਰਦੀ ਹੈ, ਕਈ ਲੋਕਾਂ ਨੇ ਆਵਾਜ਼ ਵੀ ਉਠਾਈ ਆ ਕਿ ਮੈਨੀਫੈਸਟੋ ਨੂੰ ਕਾਨੂੰਨੀ ਇੱਕ ਦਰਜਾ ਦਿੱਤਾ ਜਾਵੇ, ਇਹਨੂੰ ਮੰਨਿਆ ਜਾਵੇ, ਕਾਨੂੰਨ ਦੇ ਦਾਇਰੇ 'ਚ ਆਉਣਾ ਚਾਹੀਦਾ ਇਹ। ਜੇ ਇਹ ਜਿਹੜੀ ਪਾਰਟੀ ਇੱਦਾਂ ਦਾ ਚੋਣ ਮੈਨੀਫੈਸਟੋ ਲੈ ਕੇ ਆਉਂਦੇ, ਜੇ ਉਹਨਾਂ ਦੇ ਵਿੱਚ ਦਰਜ ਦਾਅਵੇ ਵਾਅਦੇ ਪੂਰੇ ਨਹੀਂ ਕੀਤੇ ਜਾਂਦੇ, ਤਾਂ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ। ਬਿਲਕੁਲ ਇਹ ਵੀ ਜ਼ਰੂਰੀ ਬਣ ਜਾਂਦਾ। ਇੱਕ ਲੋਕ ਹੀ ਭੁਗਤਦੇ ਨੇ, ਲੋਕਾਂ ਨੂੰ ਹੁਣ ਸਮਾਂ ਹੈ ਸਮਝਣ ਦਾ, ਤੇ ਲੋਕਾਂ ਕੋਲ ਸਮਾਂ ਹੈ ਹੁਣ ਜਿਹੜਾ ਇਹ ਤੁਹਾਨੂੰ ਤੁਹਾਡੇ ਪੱਲੇ ਪਾਉਂਦੇ ਨੇ 5 ਸਾਲ ਸੱਤਾ ਦੇ ਵਿੱਚ ਰਹਿ ਕੇ, ਤਾਂ ਹੁਣ ਇਹਨਾਂ ਦੀ ਝੋਲੀਆਂ ਤੁਸੀਂ ਭਰੋ। ਉਹ ਕਿਵੇਂ ਭਰਦੇ ਹੋ ਦੇਖੋ। ਬਿਲਕੁਲ ਬਿਲਕੁਲ ਇਸ ਤਰੀਕੇ ਨਾਲ ਸਰਕਾਰ ਕਹਿੰਦੀ ਹੈ ਕਿ ਅਸੀਂ ਤਾਂ ਜੀ ਲੱਖਾਂ ਨੌਕਰੀਆਂ ਦੇ ਦਿੱਤੀਆਂ ਆਪਣੇ ਕਾਰਜਕਾਲ ਦੇ ਵਿੱਚ, ਘਰ ਘਰ ਰੁਜ਼ਗਾਰ ਦੀ ਗੱਲ ਕੀਤੀ ਸੀ। ਆਮ ਆਦਮੀ ਪਾਰਟੀ ਕਹਿੰਦੀ ਕਿ ਸਾਨੂੰ ਅੰਕੜੇ ਦੇ ਦਿਓ ਜਾਂ ਵੈਬਸਾਈਟ ਤੇ ਪਾ ਦਿਓ, ਅਸੀਂ ਵੀ ਜਾ ਕੇ ਉਹਨਾਂ ਪਰਿਵਾਰਾਂ ਨੂੰ ਪੁੱਛ ਲਈਏ ਕਿ ਕਿੰਨਾ ਪਰਿਵਾਰਾਂ ਨੂੰ ਜਿਹੜੀਆਂ ਉਹ ਨੌਕਰੀਆਂ ਦਿੱਤੀਆਂ ਗਈਆਂ ਨੇ, ਉਹਨਾਂ ਪਰਿਵਾਰਾਂ ਦਾ ਹਾਲ ਕੀ ਹੈ। ਪਰ ਸਰਕਾਰ ਨੂੰ ਚਾਹੀਦਾ ਤਾਂ ਇਹ ਹੈ ਨਾ ਕਿ ਜਿਹੜੇ ਕਾਬਲ ਨੇ ਜਾਂ ਜਿਹੜੇ ਇਹਨਾਂ ਨੌਕਰੀਆਂ ਦੇ ਲਈ ਜਿਨ੍ਹਾਂ ਨੂੰ ਨੌਕਰੀਆਂ ਚਾਹੀਦੀਆਂ, ਜਿਨ੍ਹਾਂ ਦੀ ਕੁਆਲੀਫਿਕੇਸ਼ਨ ਉਹੋ ਜਿਹੀ ਹੈ, ਜਾਂ ਫਿਰ ਜਿਨ੍ਹਾਂ ਦੇ ਜਿਵੇਂ ਹੁਣ ਪੈਰਾ ਓਲੰਪਿਕ ਜਿਹੜੇ ਖਿਡਾਰੀ ਨੇ ਉਹ ਕੁਝ ਅਪਾਹਜ ਜਿਹੜੇ ਰਹੇ ਨੇ, ਜਾਂ ਜਿਨ੍ਹਾਂ ਦੀ ਜਿਹੜੀ ਉਹ ਕਾਬਲੀਅਤ ਬਣਦੀ ਹੈ ਕਿ ਉਹ ਨੌਕਰੀ ਦੇ ਕਾਬਲ ਹੈਗੇ ਨੇ, ਤਾਂ ਉਹਨਾਂ ਨੂੰ ਨੌਕਰੀਆਂ ਦੇਣ, ਘੱਟੋ ਘੱਟ ਉਹਨਾਂ ਨੂੰ ਦੇ ਕੇ ਤਾਂ ਦੱਸਣ ਜੋਗੇ ਹੋ ਜਾਣਗੇ ਕਿ ਅਸੀਂ ਇਹਨਾਂ ਨੂੰ ਨੌਕਰੀਆਂ ਦਿੱਤੀਆਂ। ਉਹ ਅਪਾਹਜ, ਉਹਨਾਂ ਦਾ ਹੋਰ ਕੋਈ ਹੀਲਾ ਹੈ ਨਹੀਂ, ਉਹਨਾਂ ਨੇ ਖੇਡ ਕੀਤੀ, ਖਿਡਾਰੀ ਬੜੇ, ਦੇਸ਼ ਲਈ ਖੇਡੇ, ਪੰਜਾਬ ਲਈ ਖੇਡੇ, ਨਾਮ ਰੋਸ਼ਨ ਕੀਤਾ, ਤੇ ਕੱਲ ਉਹਨਾਂ ਨੂੰ ਡਾਂਗਾ ਮਾਰੀਆਂ ਤੇ ਮੁੜ ਕੇ ਸ਼ਾਮ ਨੂੰ ਜਿਹੜੀ ਆ ਉਹ ਮਾਫੀ ਮੰਗ ਲਈ ਕਿ ਜੀ ਅਸੀਂ ਤਾਂ, ਕੀ ਉਹਨਾਂ ਪੁਲਿਸ ਵਾਲਿਆਂ ਤੇ ਕਾਰਵਾਈ ਉਸ ਤਰੀਕੇ ਨਾਲ ਹੋਏਗੀ ਕਿ ਮੁੜ ਕੇ ਕੱਲ ਨੂੰ ਕਦੇ ਇਸ ਤਰ੍ਹਾਂ ਡਾਂਗ ਨਾ ਫਿਰੇ? ਇਹ ਵੀ ਇੱਕ ਵੱਡਾ ਸਵਾਲ ਬਣਦਾ। ਪਰਮਿੰਦਰ ਜੀ, ਦੂਜੇ ਪਾਸੇ ਜਿਹੜਾ ਫਤਿਹ ਜੰਗ ਬਾਜਵਾ ਨੇ ਸਵਾਲ ਚੁੱਕਿਆ ਸੀ ਕਾਂਗਰਸੀਆਂ ਦੇ ਉੱਤੇ, ਸੁਨੀਲ ਜਾਖੜ ਤੇ ਖਾਸ ਕਰ ਤ੍ਰਿਪਤ ਬਾਜਵਾ ਤੇ ਵੀ ਚੁੱਕਿਆ ਸੀਗਾ, ਸੁਖ ਸਰਕਾਰੀਆ ਤੇ ਵੀ ਚੁੱਕਿਆ ਸੀ, ਤੇ ਹੁਣ ਉਹ ਇੱਕ ਦੂਜੇ ਦੇ ਉੱਤੇ ਬਲੇਮ ਗੇਮ ਵਾਲਾ ਕੰਮ ਹੈ ਕਿ ਸੁਨੀਲ ਜਾਖੜ ਨੇ ਵੀ ਮੁੜ ਕੇ ਪਲਟਵਾਰ ਕਰਤਾ ਕਿ ਮੇਰੇ ਭਤੀਜੇ ਨੂੰ ਨੌਕਰੀ ਤਾਂ ਉਹਦੀ ਕਾਬਲੀਅਤ ਦੇ ਨਾਲ ਮਿਲੀ ਹੈ। ਹੁਣ ਸਵਾਲ ਇਹ ਹੈ ਕਿ ਬਾਜਵਾ ਪਰਿਵਾਰ ਮਾਫੀ ਕਦੋਂ ਮੰਗਦਾ? ਦੇਖੋ ਬਸ ਇੱਕ ਦਾ ਮਿੰਟ ਰਹਿ ਗਿਆ ਆਪਣੇ ਕੋਲ ਵੀ। ਉਹਦਾ ਇਹਦੇ ਵਿੱਚ ਇਹ ਜਾਖੜ ਨੇ ਤਾਂ ਏਦੀ ਗੱਲ ਕੀਤੀ ਹੈ ਕਿ ਅਜੇ ਵੀਰ ਜਿਹੜਾ ਉਹਨਾਂ ਦੇ ਭਤੀਜੇ ਆ, ਜੇ ਉਹਨੂੰ ਏਦਾਂ ਦਾ ਕੋਈ ਮੌਕਾ ਮਿਲਿਆ ਹੈ ਤਾਂ ਉਹ ਬਿਨਾਂ ਤਨਖਾਹ ਜਾਂ ਬਿਨਾਂ ਕੋਈ ਸਹੂਲਤ ਲਏ ਉਹਨੇ ਕੰਮ ਕੀਤਾ ਹੈ। ਉਹਦਾ ਕਾਰਜਕਾਲ ਦੇ ਵਿੱਚ ਉਹਨੇ ਕੋਈ ਏਦਾਂ ਦੀ ਚੀਜ਼ ਨਹੀਂ ਕੀਤੀ ਤੇ ਕੋਈ ਮੁਨਾਫਾ ਨਹੀਂ ਲਿਆ ਕੋਈ ਕਿਸੇ ਤਰੀਕੇ ਦਾ। ਤੇ ਉਹਨੇ, ਸੁਨੀਲ ਜਾਖੜ ਨੇ ਤਾਂ ਇਹ ਵੀ ਕਹਿਤਾ ਕਿ ਚਿੱਕੜ ਸੁੱਟਣ ਦੀ ਬਜਾਏ ਫਤਿਹ ਜੰਗ ਬਾਜਵਾ ਹੋਰਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ ਕਿ ਉਹਨਾਂ ਨੇ ਆਪਣੇ ਪਿਤਾ ਦੀ ਜਿਹੜੀ ਕੁਰਬਾਨੀ ਸੀ ਉਹ ਇੱਕ ਤਾਂ ਉਹਨੂੰ ਢਾਹ ਲਾਈ ਆ। ਤੁਸੀਂ ਪੰਜਾਬ ਦੇ ਲੋਕਾਂ ਨਾਲ ਜਿੱਦਾਂ ਜਿਹੜਾ ਕਹਿ ਦੋ ਵੀ ਆਪਾਂ ਕਹਿ ਸਕਦੇ ਕਿ ਉਹਨਾਂ ਨਾਲ ਵਫਾ ਨਹੀਂ ਕੀਤੀ, ਉਹ ਨੌਕਰੀ ਮੰਗ ਕੇ ਆਪਣਾ ਅਕਸ ਵੀ ਘਟਾ ਲਿਆ। ਤੇ ਉਹ ਚੀਜ਼ ਦੇ ਉੱਤੇ ਉਹਨਾਂ ਨੇ ਪਲਟਵਾਰ ਕੀਤਾ ਕਿ ਜਿਹੜਾ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਹੈ, ਇਹਨਾਂ ਨੇ ਨੌਕਰੀ ਦੀ ਮੰਗ ਕਿਉਂ ਕੀਤੀ। ਗੱਲ ਵੀ ਜਾਇਜ਼ ਹੁੰਦੀ ਹੈ ਕਿਤੇ ਨਾ ਕਿਤੇ। ਠੀਕ ਹੈ, ਤੁਸੀਂ ਰਾਜਨੀਤੀ ਦੇ ਵਿੱਚ ਆਉਣਾ ਤਾਂ ਆਓ, ਜੇ ਨੌਕਰੀ ਵੀ ਕਿਸੇ ਨੂੰ ਚਾਹੀਦੀ ਹੈ। ਦੇਖੋ ਪਹਿਲਾਂ ਤਾਂ ਜਿਹੜਾ ਕਾਨੂੰਨ ਹੈ ਉਹ ਇਜਾਜ਼ਤ ਨਹੀਂ ਦਿੰਦਾ, 20 ਸਾਲ ਤੱਕ ਦੀ ਕਹਿ ਦਿੰਦੇ ਕਿ ਨੌਕਰੀ ਖਤਮ ਹੋ ਜਾਂਦੀ ਹੈ ਤਰਸ ਦੇ ਆਧਾਰ ਤੇ। ਤਾਂ ਫਿਰ ਵੀ 33-34 ਸਾਲ ਹੋ ਗਏ, ਵੱਧ ਦਾ ਸਮਾਂ ਹੋ ਗਿਆ। ਫਿਰ ਜਾ ਕੇ ਦਾਦਾ ਜੀ ਦੇ ਨਾਂ ਦੇ ਉੱਤੇ ਨੌਕਰੀ ਮੰਗਣੀ, ਉਹ ਵੀ ਕਿਤੇ ਨਾ ਕਿਤੇ, ਚਲੋ ਆਪਾਂ ਇਹ ਵੀ ਗੱਲ ਮੰਨਦੇ ਹਾਂ, ਜੇ ਨੌਕਰੀ ਕਰਨੀ ਆ ਤਾਂ ਫਿਰ ਤੁਸੀਂ ਨੌਕਰੀਆਂ ਕਢਵਾ ਲਓ ਨਾ, ਟੈਸਟ ਦਿਓ, ਬਾਕੀਆਂ ਨੂੰ ਵੀ ਮੌਕਾ ਮਿਲੇ ਨਾ। ਕਿਤੇ ਨਾ ਕਿਤੇ ਅਗਲਾ ਜੇ ਅਯੋਗ ਹੁੰਦਾ, ਕੱਲ ਨੂੰ ਤੁਸੀਂ ਉਹਦੇ ਤੋਂ ਵੱਧ ਯੋਗ ਬਣ ਕੇ ਆਉਂਦੇ ਹੋ ਤਾਂ ਨੌਕਰੀ ਲੈ ਸਕਦੇ ਹੋ। ਤੇ ਜਾਂ ਕਿਸੇ ਦੀ ਯੋਗਤਾ ਨੂੰ ਢਾਹ ਲਾਉਂਦੇ ਹੋ ਤਾਂ ਅਗਲਾ ਕੋਰਟ 'ਚ ਜਾ ਕੇ ਖਿੱਚੇ ਵੀ ਦਿਖਾਓ, ਲਿਆਓ, ਬਰਾਬਰ ਖੜਾਓ, ਕਿਹੜੇ ਕਿੱਥੇ ਮੈਂ ਯੋਗ ਹਾਂ, ਉਹ ਯੋਗ ਬਣ ਗਿਆ। ਕੋਈ ਕਾਨੂੰਨੀ ਪ੍ਰਕਿਰਿਆ ਤਾਂ ਅਪਣਾਓ ਨਾ, ਹਰ ਇੱਕ ਨੂੰ ਮੌਕਾ ਤਾਂ ਦਿਓ। ਤੁਸੀਂ ਵੀ ਅਪਲਾਈ ਕਰ ਦਿਓ, ਤੁਸੀਂ ਹੁਣ ਤੱਕ ਅਪਲਾਈ ਕਿਉਂ ਨਹੀਂ ਕੀਤਾ? ਤੇ ਜੇ ਉਦੋਂ ਪਰਿਵਾਰ ਨੇ ਚਾਹਿਆ ਵੀ ਸੀ ਕਿ ਚਲੋ ਤਰਸ ਦੇ ਆਧਾਰ ਤੇ ਨੌਕਰੀ ਲਈ ਜਾਵੇ,
ਤਾਂ ਉਦੋਂ ਫਤਿਹ ਜੰਗ ਬਾਜਵਾ ਹੋਰਾਂ ਨੂੰ ਚਾਹੀਦਾ ਸੀ ਕਿ ਉਹ ਨੌਕਰੀ ਲੈ ਲੈਂਦੇ, ਨਾ ਆਉਂਦੇ ਪੋਲੀਟਿਕਸ 'ਚ। ਠੀਕ ਹੈ। ਦੂਜੀ ਗੱਲ ਉਹਨਾਂ ਨੇ ਵੱਡੀ ਗੱਲ ਇਹ ਵੀ ਕੀਤੀ, ਕਹਿੰਦੇ ਜੀ ਜਿਹਨੂੰ ਨੌਕਰੀ ਏਦਾਂ ਦਾ ਹੈ ਕੋਈ ਬੰਦਾ, ਤਾਂ ਸੀਐਮ ਸਾਹਿਬ ਕਹਿ ਰਹੇ ਨੇ ਮੇਰੇ ਕੋਲ ਲਿਆਓ। ਤੁਸੀਂ ਵੈਬਸਾਈਟ ਬਣਾਓ, ਦਓ ਇੱਕ ਦਿਨ 24 ਘੰਟੇ ਦਾ ਟਾਈਮ, ਤੁਹਾਡੀ ਨੌਕਰੀ ਖਰੀ, ਤੇ ਜਿੰਨੀਆਂ ਫਿਰ ਐਪਲੀਕੇਸ਼ਨ ਆਉਣਗੀਆਂ ਏਦਾਂ ਦੀਆਂ ਸਾਰਿਆਂ ਨੂੰ ਨੌਕਰੀ ਦੇ ਦਿਓ। ਬਿਲਕੁਲ ਜੇ ਨਾ 2-4 ਘੰਟਿਆਂ ਦੇ ਵਿੱਚ ਹੋ ਜੇ ਡੈਮੇਜ, ਕ੍ਰੈਸ਼ ਨਾ ਹੋ ਜੇ, ਇੰਨੀਆਂ ਐਪਲੀਕੇਸ਼ਨ ਆਉਣਗੀਆਂ ਤਰਸ ਦੇ ਆਧਾਰ ਤੇ ਨੌਕਰੀ ਦੀਆਂ। ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਸਾਰਿਆਂ ਨੂੰ ਤੁਸੀਂ ਹੁਕਮ ਤਾਂ ਕਰੋ, ਤੁਸੀਂ ਵੀ ਲਿਆਓ ਭਾਈ, ਸਭ ਨੂੰ ਦਿੰਦੇ ਆ, ਲਿਆਓ ਜਿਨ੍ਹਾਂ ਕੋਲ ਹੈ ਐਪਲੀਕੇਸ਼ਨ, ਇੱਥੇ ਫਾਈਲ ਕਰੋ, ਵੈਬਸਾਈਟ ਬਣਾ ਦਿਓ ਕੋਈ, 24 ਘੰਟੇ ਲਈ ਉਹ ਦੇ ਦਿਓ ਸਮਾਂ, ਬਸ ਵੀ 24 ਘੰਟੇ ਤੱਕ ਅਪਲਾਈ ਕਰ ਦਿਓ। ਦੇਖੋ 24 ਘੰਟੇ ਕੀ ਤੁਹਾਡੇ ਕੋਲ ਕਪੈਸਿਟੀ ਹੈਗੀ ਆ ਫਿਰ ਉਹਨਾਂ ਲੋਕਾਂ ਨੂੰ ਦੇਣ ਦੀ ਨੌਕਰੀ। ਗੋਲਡ ਮੈਡਲ ਦਿੱਤੇ ਹੋਏ ਨੇ ਜਿਹੜੇ ਨੈਸ਼ਨਲ ਇੰਟਰਨੈਸ਼ਨਲ ਖੇਲੇ ਹੋਏ ਨੇ, ਉਹ ਵੀ ਖਿਡਾਰੀ ਆਉਣਗੇ। ਦਿਓ ਫਿਰ ਨੌਕਰੀ, ਤੁਹਾਡੀ ਵੀ ਸਿਰ ਮੱਥੇ, ਸਾਨੂੰ ਲੋਕਾਂ ਨੂੰ ਪਰਵਾਹ ਨਾ ਹੋਊਗੀ, ਕੋਈ ਕਿਉਂ ਚੈਲੰਜ ਕਰੂਗਾ ਤੁਹਾਡੀ ਨੌਕਰੀ ਨੂੰ ਵੀ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਨੇ, ਜਵਾਬ ਨਹੀਂ ਪਤਾ ਹੁੰਦਾ ਵੀ ਅੱਗੇ ਕੀ ਮਿਲੂਗਾ। ਲੋਕਾਂ ਨੂੰ ਸਭ ਪਤਾ ਹੈ, ਲੋਕਾਂ ਨੂੰ ਇਹ ਵੀ ਜਾਣਦੇ ਨੇ ਕਿ ਲੋਕ ਕੁਆਲੀਫਿਕੇਸ਼ਨ ਦੀ ਗੱਲ ਕਰਦੇ, ਤੁਹਾਡੇ ਤੋਂ ਵੱਧ ਕੁਆਲੀਫਿਕੇਸ਼ਨ ਵਾਲੇ ਬੈਠੇ ਨੇ ਲੋਕ, ਜਿਹੜੇ ਉਮਰਾਂ ਵੀ ਵਿਆਹ ਚੁੱਕੇ ਵਿਚਾਰੇ ਡਾਂਗਾ ਖਾ ਖਾ ਕੇ। ਉਹਨਾਂ ਦਾ ਕੀ ਬਣੂਗਾ? ਉਹਨਾਂ ਦਿਹਾੜੀ ਕਰਨ। ਪਹਿਲੀ ਤਾਂ ਗੱਲ ਜਿਹੜੀ ਇਹਨਾਂ ਦੀ ਪ੍ਰਣਾਲੀ ਹੈ ਨਾ, ਸਿੱਖਿਆ ਪ੍ਰਣਾਲੀ, ਉਹੀ ਗਲਤ ਆ। ਜੇ ਕਿਸੇ ਪੜ੍ਹਾਈ ਨਾਲ ਸੰਬੰਧਿਤ ਨੌਕਰੀ ਨਹੀਂ ਹੈਗੀ, ਇਸ ਤਰ੍ਹਾਂ ਦੀ ਪੜ੍ਹਾਈ ਕਿਉਂ ਕਰਾਈ ਹੈ? ਜਿਵੇਂ ਬੀਐਡ ਹੈ, ਬੀਐਡ ਦੇ ਵਾਸਤੇ ਹੁਣ ਟੀਚਰਾਂ ਦੀ ਕਹਿ ਦਿਓ ਲੋੜ ਨਹੀਂ, ਪਹਿਲਾਂ ਹੀ ਟੀਚਰ ਵਿਚਾਰੇ ਡਾਂਗਾ ਖਾ ਰਹੇ ਨੇ। ਉਹ ਕਾਲਜਾਂ ਨੂੰ ਸਿੱਧਾ ਪ੍ਰੋਫਿਟ ਦਿੱਤਾ ਜਾ ਰਿਹਾ, ਪੈਸੇ ਲੈ ਕੇ ਉਹਨਾਂ ਦੇ ਟੈਸਟ ਲਏ ਜਾ ਰਹੇ ਨੇ, ਆਪਣਾ ਖਜ਼ਾਨਾ ਭਰਿਆ ਜਾ ਰਿਹਾ। ਉਹ ਕਹਿਣ ਵੀ ਸਾਡੇ ਕੋਲ ਹੁਣ ਇਸ ਤਰ੍ਹਾਂ ਦੀਆਂ ਨੌਕਰੀਆਂ ਨਹੀਂ ਹੈਗੀਆਂ, ਉਹ ਕਾਲਜ ਬੰਦ ਕਰੇ ਜਾਣ। ਕਿਉਂ ਪ੍ਰਾਈਵੇਟ ਕਾਲਜਾਂ ਦੇ ਵਿੱਚ ਧੱਕੇ ਖਵਾ ਰਹੇ ਹੋ ਲੋਕਾਂ ਨੂੰ? ਫਿਰ ਹਰ ਸਾਲ ਲੱਖਾਂ ਲੋਕ ਬੀਐਡ ਟੈਟ ਕਰ ਲਿਆ ਜੀ, ਕਿੱਥੇ ਪਿਛਲੇ ਨੂੰ ਨੌਕਰੀ ਮਿਲੀ ਨਹੀਂ, ਅਗਲੇ ਤਿਆਰ ਖੜੇ ਨੇ। ਉਹ ਚੀਜ਼ਾਂ ਨਿੱਜੀ ਮੁਨਾਫਾ ਲੈਣ ਦੇ ਲਈ ਇਸ ਤਰ੍ਹਾਂ ਦੀ ਪ੍ਰਣਾਲੀਆਂ ਬਣਾ ਲੈਂਦੇ ਨੇ। ਗ੍ਰੈਜੂਏਸ਼ਨ ਤੋਂ ਬਾਅਦ ਆਹ ਕਰੋ ਜੀ, ਆਹ ਕਰੋ ਜੀ, ਆਹ ਕਰੋ ਜੀ। ਜਿਹੜੀ ਕਿੱਤਾ ਮੁਖੀ ਸਿੱਖਿਆ ਹੈ, ਉਹਨੂੰ ਪ੍ਰਫੁੱਲਿਤ ਕਰਨਾ ਚਾਹੀਦਾ, ਉਹਦੇ ਤੇ ਕੋਈ ਕੰਮ ਨਹੀਂ ਹੁੰਦਾ। ਉਹ ਇਹ ਜਿਹੜੇ ਬਾਹਰ ਬੈਠ ਕੇ ਗੱਲਾਂ ਕਰਦੇ ਨੇ ਕਿ ਏਦਾਂ ਹੋਣਾ ਚਾਹੀਦਾ, ਅਸੀਂ ਆਪਣੇ ਦਾਦੇ ਦੇ ਪਿਆਰ ਤੋਂ ਉਹ ਰਹਿ ਗਏ, ਵਾਂਝੇ ਰਹਿ ਗਏ। ਬਹੁਤ ਸਾਰੇ ਨੇ ਜਿਨ੍ਹਾਂ ਨੂੰ ਬਾਪ ਦਾ ਪਿਆਰ ਵੀ ਨਹੀਂ ਮਿਲਿਆ ਭਾਈ। ਬਾਹਰ ਜਾ ਕੇ ਦੇਖੋ, ਯਤੀਮਖਾਨੇ ਕਿੰਨੇ ਬਣੇ, ਉਹਨਾਂ ਨੂੰ ਮਾਂ ਬਾਪ ਦਾ ਪਿਆਰ ਹੀ ਨਹੀਂ ਮਿਲਿਆ, ਲੇਕਿਨ ਕਾਬਲੀਅਤ ਹੈਗੀ ਆ, ਨੌਕਰੀ ਵੀ ਨਹੀਂ। ਤੇ ਉਹਨਾਂ ਦਾ ਕੀ ਕਰੋਗੇ? ਇਹ ਹਮਦਰਦੀ ਨਾਲ ਏਦਾਂ ਪ੍ਰਗਟ ਕਰੀ ਜਾਵੇ, ਸਾਰਿਆਂ ਨੂੰ ਬਰਾਬਰ ਦੇਖਿਆ ਜਾਵੇ। ਤੁਹਾਡੀ ਨੌਕਰੀ ਵੀ ਸਿਰ ਮੱਥੇ, ਬਾਕੀ ਵੀ ਤਰਸ ਦੇ ਆਧਾਰ ਤੇ ਨੇ, ਜਾਂ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਵੀ ਰੁਜ਼ਗਾਰ ਮੁਹੱਈਆ ਕਰਾਉਣਾ ਚਾਹੀਦਾ ਜੀ। ਸ਼ੁਕਰੀਆ ਪਰਮਿੰਦਰ ਜੀ, ਧੰਨਵਾਦ। ਸ਼ੁਕਰੀਆ ਜੀ ਸਿਕੰਦਰ ਜੀ। ਸੋ ਜਿਸ ਤਰ੍ਹਾਂ ਪਰਮਿੰਦਰ ਜੀ ਨੇ ਕਿਹਾ ਕਿ ਕਿੱਤਾ ਮੁਖੀ ਕੋਰਸ ਜਿਹੜੇ ਨੇ ਉਹ ਵਿਦਿਆਰਥੀਆਂ ਨੂੰ ਪੰਜਾਬ ਦੇ ਵਿੱਚ ਬੱਚਿਆਂ ਨੂੰ ਕਰਵਾਏ ਜਾਣੇ ਚਾਹੀਦੇ ਨੇ, ਉਹਦੇ ਬਿਹਾਫ ਤੇ ਵੀ ਨੌਕਰੀ ਜਿਹੜੀ ਆ ਉਹ ਵਿਦਿਆਰਥੀ ਤਲਾਸ਼ ਵੀ ਸਕਦੇ ਨੇ ਕਿ ਉਹ ਆਪਣੇ ਤੌਰ ਦੇ ਉੱਤੇ ਜਦੋਂ ਪ੍ਰੈਕਟੀਕਲ ਕੰਮ ਕਰਨਗੇ ਤਾਂ ਉਹਨਾਂ ਦੇ ਹੱਥਾਂ ਦੇ ਵਿੱਚ ਹੁਨਰ ਆਏਗਾ। ਪਰ ਨਾਲੋਂ ਨਾਲ ਸਵਾਲ ਇਹ ਵੀ ਉੱਠਦੇ ਨੇ ਕਿ ਕੰਪੀਟੀਟਿਵ ਐਗਜ਼ਾਮਸ ਜਿਹੜੇ ਨੇ ਜਾਂ ਉਹਨਾਂ ਦੀਆਂ ਤਿਆਰੀਆਂ, ਕੀ ਪੰਜਾਬ ਦੇ ਬੱਚੇ IAS PCS ਨਹੀਂ ਬਣ ਸਕਦੇ? ਉਹਨਾਂ ਦੇ ਵਿੱਚ ਵੀ ਕਾਬਲੀਅਤ ਹੈ, ਉਹ ਵੀ ਬਣ ਸਕਦੇ ਨੇ। ਇਹ ਨਾ ਹੋਵੇ ਕਿਤੇ ਕਰਾ ਕੇ ਕਿੱਤਾ ਮੁਖੀ ਕੋਰਸ, ਜਿਵੇਂ ਕਈ ਕਹਿੰਦੇ ਨੇ ਕਿ ਉਹਨਾਂ ਨੂੰ ਮਸ਼ੀਨੀ ਪੁਰਜਾ ਬਣਾ ਦਿੱਤਾ ਜਾਵੇ, ਫਿਰ ਉਹ ਉਸੇ ਕੰਮ ਵੱਲ ਲੱਗਣ। ਇੱਧਰਲੇ ਪਾਸੇ ਵੀ ਆ ਸਕਦੇ ਨੇ, ਪਰ ਬਜਾਏ ਇਸਦੇ ਕਿ ਨੀਅਤ ਜਿਹੜੀ ਹੈ ਉਹ ਵੀ ਸਾਫ਼ ਹੋਣੀ ਚਾਹੀਦੀ ਹੈ ਸਰਕਾਰਾਂ ਦੀ, ਕਿ ਅਸੀਂ ਵਾਕਈ ਜਿਹੜੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਜਾਂ ਪੰਜਾਬ ਦੀ ਅਗਲੀ ਪੀੜ੍ਹੀ ਨੂੰ ਚਾਹੁੰਦੇ ਹਾਂ ਕਿ ਉਹ ਵੀ, ਜੇ ਬਾਹਰਲੇ ਸੂਬਿਆਂ ਵਾਲੇ ਇੱਥੇ ਆ ਕੇ IAS PCS ਅਫਸਰ ਆਪਣੀਆਂ ਨੌਕਰੀਆਂ ਜੁਆਇਨ ਕਰਕੇ ਲੱਗ ਸਕਦੇ ਨੇ, ਤਾਂ ਪੰਜਾਬ ਦੇ ਵਿੱਚ ਵੀ ਪੰਜਾਬ ਦੇ ਕੋਲ ਇੰਨਾ ਦਿਮਾਗ ਹੈ, ਪੰਜਾਬ ਦੇ ਵਿਦਿਆਰਥੀ ਕੋਲ, ਕਿ ਉਹ ਅੱਗੇ ਵੱਧ ਸਕਦੇ ਨੇ, ਬਜਾਏ ਇਸਦੇ ਕਿ ਇਹਨਾਂ ਦੇ ਮਗਰ ਕੋਈ ਵਰਕਰ ਬਣ ਕੇ ਲੱਗਿਆ ਰਹੇ ਤੇ ਕੋਈ ਪਾਰਟੀ ਦੇ ਵਿੱਚ ਸੇਵਾਦਾਰ ਬਣ ਕੇ ਲੱਗਿਆ ਰਹੇ। ਇਸ ਪਾਸੇ ਵੀ ਸੋਚਣ ਦੀ ਜ਼ਰੂਰਤ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਜ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।